ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਦੇ ਨਾਲ ਜੁੜੇ ਹੋ। ਗੁਰਵਿੰਦਰ ਬਰਾੜ ਹੋਰਾਂ ਦੀ ਆਵਾਜ਼ ਦੇ ਵਿੱਚ ਤੁਸੀਂ ਅਕਲ ਗੀਤ ਸੁਣਿਆ। ਮੈਂ ਕਿਹਾ ਕਈ ਵਾਰੀ ਕਈ ਦੇਖ ਲਓ ਇਹ ਗਾਇਕ ਵੀ ਨਹੀਂ ਜਿਹੜੇ ਚੰਗੀ ਗਾਇਕੀ ਦੇ ਸਿਰ 'ਤੇ ਜਿਉ ਰਹੇ ਨੇ। ਸੋ ਅਕਾਲ ਟਰਾਂਸਪੋਰਟ 200 ਟਰਾਂਸਪੋਰਟ ਰੋਡ, ਅਕਾਲ ਟਰੱਕ ਐਂਡ ਟ੍ਰੇਲਰ ਰਿਪੇਅਰ 200 ਟਰਾਂਸਪੋਰਟ ਰੋਡ, ਸਪਰਿੰਗਫੀਲਡ ਵਿਨੀਪੈਗ ਦੇ ਵਿੱਚ ਹੈ ਜੀ। ਫੋਨ ਨੰਬਰ ਆ ਬਿਜ਼ਨਸ ਦਾ 2047770460 204 777 0460। ਤੁਹਾਡੇ ਇੱਥੇ ਗੌਰਮੈਂਟ ਅਪਰੂਵਡ ਟਰੱਕ ਸ਼ਾਪ ਹੈ ਜੀ, ਜਿੱਥੇ DOT ਸੇਫਟੀ ਇੰਸਪੈਕਸ਼ਨਾਂ ਹੁੰਦੀਆਂ ਨੇ ਟਰੱਕ ਅਤੇ ਟ੍ਰੇਲਰ ਦੀਆਂ। ਬਾਕੀ ਸਾਰਾ ਕੰਮ ਹੁੰਦਾ ਜੀ, ਕਲੱਚ ਤੋਂ ਲੈ ਕੇ ਇੰਜਣ ਤੱਕ ਅਤੇ ਬ੍ਰੇਕਾਂ ਤੋਂ ਲੈ ਕੇ ਤੇਲ ਚੇਂਜ ਤੱਕ, ਟਾਇਰ ਬਦਲਾ ਲਓ, ਜੋ ਮਰਜ਼ੀ ਕਰਾ ਲਓ, ਟਰਾਂਸਮਿਸ਼ਨ ਹੈ, ਗੇਅਰ ਦਾ ਕੰਮ ਹੈ, ਕੋਈ ਵੀ ਹੈ ਤਾਂ ਸੰਪਰਕ ਕਰੋ ਜੀ। ਤੁਹਾਨੂੰ ਨੰਬਰ ਦਿੱਤਾ ਸੀ 204 777 0460। ਅਤੇ ਬੇਕਰਸਵੀਲ ਏਰੀਆ ਦੇ ਵਿੱਚ ਬਿਜਲੀ ਦੇ ਭਾਰੀ ਬਿੱਲਾਂ ਤੋਂ ਨਿਜਾਤ ਪਾਉਣ ਦੇ ਲਈ ਆਪਣੇ ਘਰਾਂ ਅਤੇ ਵਪਾਰਕ ਸਥਾਨਾਂ ਦੀਆਂ ਛੱਤਾਂ 'ਤੇ ਤੁਸੀਂ ਸੋਲਰ ਸਿਸਟਮ ਲਵਾਓ ਅਤੇ ਸੰਪਰਕ ਕਰੋ ਜਤਿੰਦਰ ਸਿੰਘ ਤੂਰ ਹੋਰਾਂ ਦੇ ਨਾਲ 6617541722। ਅਤੇ ਰੁਕ ਕਰਦੇ ਚੰਡੀਗੜ੍ਹ ਦਾ ਨੀਲ ਭਲਿੰਦਰ ਜੀ ਮੇਰੇ ਨਾਲ ਨੇ। ਨੀਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਧੰਨਵਾਦ ਸਾਹਿਬ। ਨੀਲ ਜੀ, ਸਭ ਤੋਂ ਪਹਿਲਾਂ ਤਾਂ ਮੈਂ ਜਾਣਨਾ ਚਾਹੂੰਗਾ ਕਿ ਅੱਜ ਕੇਂਦਰੀ ਬਿਜਲੀ ਮੰਤਰੀ ਨਾਲ ਮੀਟਿੰਗ ਹੋਈ ਹੈ ਤਾਜ਼ਾ ਤਰੀਨ। ਵੈਸੇ ਤਾਂ ਕਾਫੀ ਲਾਲਾ ਹੋਈ ਬੈਠੀ ਹੈ, ਦਰਜਨ ਦੇ ਕਰੀਬ ਸੂਬਿਆਂ ਨੇ ਅੱਖਾਂ ਦਿਖਾਈਆਂ ਕੇਂਦਰ ਨੂੰ। ਸੋ ਇਹਨੂੰ ਕਿਵੇਂ ਲੈ ਕੇ ਚੱਲਦੇ ਹੋ, ਖਾਸ ਕਰਕੇ ਜੇਕਰ ਆਪਾਂ ਗੱਲ ਕਰੀਏ ਪੰਜਾਬ ਹੋ ਗਿਆ ਜਾਂ ਪੰਜਾਬ ਦੀ ਜ਼ਿਆਦਾ ਮੈਂ ਗੱਲ ਕਰਦਾ, ਹੋਰ ਤਾਂ ਕਿਤੇ ਕਿਸਾਨਾਂ ਨੂੰ ਬਿਜਲੀ ਮੁਫਤ ਸ਼ਾਇਦ ਆਪਣੇ ਨਾ ਯੂਪੀ 'ਚ ਨਾ ਹਰਿਆਣੇ 'ਚ ਅਤੇ ਨਾ ਹੀ ਰਾਜਸਥਾਨ 'ਚ ਜੀ। ਦੇਖੋ, ਬਿਜਲੀ ਮੁਫਤ ਨਾ ਮੁਫਤ ਇਹ ਆਪਣੇ ਆਪ 'ਚ ਇੱਕ ਵੱਖਰਾ ਵਿਸ਼ਾ ਹੈ, ਇੰਡੀਪੈਂਡੈਂਟ ਵਿਸ਼ਾ ਹੈ ਇਹ ਜੀ। ਇਹਨੂੰ ਤਾਂ ਕਿਸੇ ਤਰੀਕੇ ਵੀ ਹੋ ਸਕਦਾ ਕਿ ਆਉਣ ਵਾਲੇ ਸਮੇਂ 'ਚ ਸਰਕਾਰ, ਜੇ ਰਾਜ ਸਰਕਾਰ ਚਾਹੇ, ਭਾਰਤੀ ਸੰਵਿਧਾਨ ਦੇ ਜਿਹੜੇ ਆਪਣੇ ਅਖਤਿਆਰ ਨੇ, ਆਪਣੀ ਸੂਚੀ ਹੈ ਜਿਹੜੀ ਸਟੇਟ ਲਿਸਟ ਹੈ, ਉਹਦੇ ਮੁਤਾਬਕ ਕਦੇ ਵੀ ਕਿਸੇ ਤਰ੍ਹਾਂ ਦਾ ਫੈਸਲਾ ਲੈ ਸਕਦੀ ਹੈ। ਇਹਨੂੰ ਵਾਪਸ ਲੈ ਸਕਦੀ ਹੈ, ਇਹਨੂੰ ਵਧਾ ਸਕਦੀ ਹੈ, ਇਹਨੂੰ ਅਮੀਰ ਕਿਸਾਨਾਂ ਤੋਂ ਵਾਪਸ ਲੈ ਸਕਦੀ ਹੈ, ਇਸ ਨੂੰ ਜ਼ਮੀਨ ਦੇ ਕਿੰਨੀ ਜ਼ਮੀਨ ਦੀ ਕਿੰਨੀ ਜ਼ਮੀਨ ਕਿਸ ਕਿਸਾਨ ਕੋਲ ਹੈ, ਜਾਂ ਇਹ ਸਾਰੀਆਂ ਚੀਜ਼ਾਂ, ਜਾਂ ਜੇ ਫਾਰਮ ਦੇਖ ਕੇ ਫਸਲ ਦੇ ਬੜੇ ਪੈਰਾਮੀਟਰ ਹੋ ਸਕਦੇ ਨੇ ਸਰਕਾਰ ਦੇ, ਸਰਕਾਰ ਦਾ ਪ੍ਰੈਰੋਗੇਟਿਵ ਹੈ ਜੀ। ਪਰ ਜਿੱਥੋਂ ਤੱਕ ਬਿਜਲੀ ਸੁਧਾਰ ਬਿੱਲ, ਸੋਧ ਬਿੱਲ ਜਿਹੜਾ 2020 ਕੇਂਦਰ ਸਰਕਾਰ ਲਿਆਉਣ ਜਾ ਰਹੀ ਹੈ, ਜਿਹਦਾ ਡਰਾਫਟ ਤਿਆਰ ਕਰ ਰਿਹਾ ਤੇ ਅਗਲੇ ਮੌਨਸੂਨ ਸੈਸ਼ਨ 'ਚ ਇਹਨਾਂ ਨੇ ਲੈ ਕੇ ਆਉਣਾ, ਤੇ ਜਿੱਦਾਂ ਦੀ ਇਹਨਾਂ ਕੋਲ ਬਹੁਮਤ ਹੈ ਤਾਂ ਇਹ ਆਲਮੋਸਟ ਇਹਨੂੰ ਜਿਹੜਾ ਹੈਗਾ ਲਾਗੂ ਕਰ ਲੈਣਗੇ, ਪਾਸ ਕਰ ਲੈਣਗੇ। ਤਾਂ ਉਹ ਸਿੱਧੇ ਤੌਰ ਤੇ ਫੈਡਰਲ ਢਾਂਚੇ ਦੇ ਉੱਤੇ ਜਿਹੜਾ ਇੱਕ ਹੋਰ ਵੱਡਾ ਜਿਹੜਾ ਹਮਲਾ ਇੱਕ ਕਹਿ ਸਕਦੇ ਹਾਂ ਮੋਦੀ ਸਰਕਾਰ ਦਾ ਜੀ। ਤੇ ਜਿੱਥੇ ਰਾਜ ਜਿਹੜੀ ਚੀਜ਼ਾਂ ਦੇ ਵਿੱਚ ਆਪਣੇ ਫੈਸਲੇ ਆਪ ਕਰਨ ਲਈ ਸੁਤੰਤਰ ਨੇ ਆਪਣੇ ਮੁਤਾਬਕ, ਜਿਵੇਂ ਪੰਜਾਬ ਦੀ ਮਿਸਾਲ ਲਓ, ਜਿਵੇਂ ਤੁਸੀਂ ਗੱਲ ਕਹੀ ਹੈ ਕਿ ਬਿਜਲੀ ਮੁਫਤ ਮਿਲਦੀ ਹੈ ਪੰਜਾਬ ਦੇ ਵਿੱਚ ਖੇਤੀ ਖੇਤਰ ਵਾਸਤੇ, ਤਾਂ ਪੰਜਾਬ ਦੀ ਬਣਤਰ ਐਸੀ ਹੈ ਕਿ ਭਾਵੇਂ ਬਿਜਲੀ ਮੁਫਤ ਦਿੱਤੀ ਜਾ ਰਹੀ ਹੈ, ਭਾਵੇਂ ਸਬਸਿਡੀ ਸਰਕਾਰੀ ਖਜ਼ਾਨੇ 'ਚੋਂ ਜਾਂਦੀ ਹੈ ਕਰੋੜਾਂ ਰੁਪਏ ਦੀ ਪਾਵਰਕੌਮ ਨੂੰ, ਕਿਸਾਨ ਮੁਫਤ ਪੈਦਾਵਾਰ ਕਰਦੇ ਨੇ ਖਾਸ ਕਰ ਝੋਨੇ ਦੇ ਸੀਜ਼ਨ 'ਚ। ਪਰ ਇਸ ਸਰਕਾਰ ਨੇ ਪੰਜਾਬ ਸਰਕਾਰ ਨੇ ਆਪਣੀ ਬਣਤਰ, ਆਪਣੀ ਲੋੜ ਦੇਖੀ, ਆਪਣੇ ਸੂਬੇ ਦੇ ਲੋਕਾਂ ਦੀ ਲੋੜ ਦੇਖੀ, ਤਾਂ ਉਸ ਮੁਤਾਬਕ ਫੈਸਲਾ ਆਪਣੀ ਮਰਜ਼ੀ ਨਾਲ ਲਿਆ ਹੋਇਆ। ਇਹਦੇ 'ਚ ਕਿਸੇ ਨੂੰ ਪੁੱਛਣ ਨਹੀਂ ਜਾਣਾ ਸੀਗਾ। ਪਰ ਜਿਹੜੀ ਹੁਣ ਇਹ ਲੈ ਕੇ ਆ ਰਹੇ ਨੇ, ਇਹਦੇ ਨਾਲ ਜਿਹੜਾ ਡਾਇਰੈਕਟ, ਖਾਸ ਕਰ ਜਿਹੜੀ ਇੱਕ ਇਹਦੀ ਕਲੌਜ਼ ਹੈ, ਇੱਕ ਪ੍ਰੋਵੀਜ਼ਨ ਹੈ ਡਾਇਰੈਕਟ ਬੈਨੀਫਿਟ ਟ੍ਰਾਂਸਫਰ DBT ਜੀ, ਉਹ ਮੋਟੇ ਤੌਰ ਤੇ ਇਹੀ ਹੈ ਕਿ ਉਹ ਕਿਸਾਨ ਜਿਹੜਾ ਬਿੱਲ ਤਾਰਨਗੇ ਤੇ ਜਿਹੜਾ ਪੈਸਾ ਸਬਸਿਡੀ ਦਾ ਉਹ ਕਿਸਾਨ ਨੂੰ ਜਿਹੜਾ ਹੈਗਾ ਉਹਦੇ ਖਾਤੇ 'ਚ ਜਾਏਗਾ ਜੀ। ਹੁਣ ਫਰਜ਼ ਕਰੋ ਸਰਕਾਰੀ ਚੀਜ਼ਾਂ ਨੇ, ਆਪਾਂ ਪਤਾ ਹੀ ਆ ਬੁਢਾਪਾ ਪੈਨਸ਼ਨ ਕਿੰਨੀ ਕੁ ਮਿਲਦੀ ਹੈ ਟਾਈਮ ਨਾਲ, ਦੀਆਂ ਹੋਰ ਕਿਸੇ ਤਰ੍ਹਾਂ ਦੀਆਂ ਜਿਹੜੀਆਂ ਸਕੀਮਾਂ ਨੇ ਕਿੰਨੀ ਟਾਈਮ ਨਾਲ ਮਿਲਦੀਆਂ ਨੇ ਜੀ। ਫਰਜ਼ ਕਰੋ ਜੇਕਰ ਝੋਨੇ ਦਾ ਸੀਜ਼ਨ ਸਿਰ ਦੇ ਉੱਤੇ ਹੈ ਤੇ ਅਗਰ ਉਹਨੂੰ ਪਿਛਲੇ ਮਹੀਨੇ ਦਾ ਪੈਸਾ ਨਹੀਂ ਆਇਆ ਜਾਂ ਮੌਕੇ ਸਿਰ ਪੈਸਾ ਨਹੀਂ ਆਇਆ, ਤੇ ਕਿਸਾਨ ਦੇ ਕੋਲ ਇੰਨੀ ਕੋਈ ਸਰਮਾਇਆ ਤਾਂ ਹੁੰਦਾ ਨਹੀਂ ਜੀ। ਕਿਸਾਨ ਤਾਂ ਉਹੀ ਹੈਂਡ ਟੂ ਮਾਊਥ ਹੀ ਪਤਾ ਆਪਾਂ ਨੂੰ ਚੱਲਦਾ ਹੁੰਦਾ ਹੈ, ਤੇ ਉਹ ਜੇਕਰ ਨਹੀਂ ਬਿੱਲ ਭਰ ਸਕਿਆ, ਜੇ ਫਰਜ਼ ਕਰੋ ਕਿ ਕਿਸੇ ਨੇ ਪਲਾਸ ਲੈ ਕੇ ਉੱਤੇ ਖੰਭੇ ਤੇ ਚੜ ਕੇ ਉਹਦੀ ਤਾਰ ਕੱਟਤੀ ਜੀ ਪਾਵਰਕੌਮ ਦੇ ਵਾਲੇ ਨੇ, ਤਾਂ ਉੱਥੇ ਕੌਣ ਆ ਕੇ ਉਹਦੀ ਗੱਲ ਸੁਣੂਗਾ? ਇਹ ਵੀ ਗੱਲ ਸਿਆਣੀ ਹੈ। ਸੂਰਜ ਦੇਵਤਾ ਨੇ ਤਾਂ ਪ੍ਰਕੋਪ ਦਿਖਾ ਕੇ ਗਰਮੀ ਦਾ 6 ਘੰਟੇ ਦੇ ਅੰਦਰ ਅੰਦਰ ਝੁਲਸ ਦੇਣੀ ਆ ਉਹਦੀ ਝੋਨੇ ਦੀ ਫਸਲ ਖੇਤਾਂ 'ਚ ਖੜੀ। ਸੋ ਹੁਣ ਸਰਲ ਭਾਸ਼ਾ 'ਚ ਆਪਾਂ ਗੱਲ ਕਰੀਏ ਕਿ ਇਸ ਚੀਜ਼ ਨੂੰ ਤਾਂ ਸਟੇਟ ਸਰਕਾਰ ਹੀ ਸਮਝ ਸਕਦੀ ਹੈ ਨਾ ਜੀ। ਬਿਲਕੁਲ, ਸਟੇਟ ਸਰਕਾਰ ਵੀ ਉਹੀ ਸਮਝ ਸਕਦੀ ਹੈ ਜਿਹਦਾ ਮੁੱਖ ਮੰਤਰੀ ਖੇਤੀ ਪਿਛੋਕੜ ਵਾਲਾ ਹੋਏ ਜਾਂ ਜਿਹੜੀ ਸਰਕਾਰ ਖੇਤੀ ਪਿਛੋਕੜ ਵਾਲੀ ਹੋਏ। ਜੇ ਸਟੇਟ ਸਰਕਾਰ ਵੀ ਐਸੀ ਬਣ ਜਾਏ ਜਿਹਦਾ ਰਿਮੋਟ ਕੰਟਰੋਲ ਹਾਈ ਕਮਾਨ ਕੋਲ ਹੈ, ਦਿੱਲੀ ਕੋਲ ਹੈ ਜਾਂ ਕਿਸੇ ਕੋਲ ਹੈ ਜੀ,
ਸੋ ਜਾਂ ਜਿਨ੍ਹਾਂ ਨੇ ਕਦੇ ਖੇਤਾਂ 'ਚ ਵੜ ਕੇ ਨਾ ਵੇਖਿਆ ਹੋਵੇ, ਉਹ ਐਸਾ ਬਿਜਲੀ ਮੰਤਰੀ ਹੋਵੇ ਜਾਂ ਐਸਾ ਜਿਹੜਾ ਮੁੱਖ ਮੰਤਰੀ ਹੋਵੇ ਸਟੇਟ ਦਾ, ਉਹ ਵੀ ਮਹਿਸੂਸ ਨਹੀਂ ਕਰ ਸਕਦਾ ਇਸ ਗੱਲ ਨੂੰ। ਜਿਵੇਂ ਤਾਜ਼ਾ ਜਿਹੜਾ ਖੇਤੀ ਦੇ MSP ਵਾਲਾ ਫੈਸਲਾ ਜਿਹੜਾ ਕੇਂਦਰ ਨੇ ਕੈਬਨਿਟ ਦੇ ਵਿੱਚ ਲਿਆਂਦਾ, ਪਾਸ ਕੀਤਾ ਹੈ, ਜਿਹੜਾ ਆਰਡੀਨੈਂਸ ਲਿਆਂਦੇ ਨੇ ਹਾਲੇ ਜਿਹੜੇ MSP ਘੱਟੋ ਘੱਟ ਸਮਰਥਨ ਮੁੱਲ ਵਾਲੇ ਜਾਂ ਕਿਤੇ ਵੀ ਫਸਲ ਵੇਚਣ ਦੇ ਬਾਰੇ ਨੇ, ਉਹਦੇ ਵਿੱਚ ਵੀ ਜੇਕਰ ਪੰਜਾਬ ਵਰਗੇ ਸੂਬੇ ਦੇ ਵਿੱਚ ਆੜਤਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਵੀ ਅਗਰ ਕਿਸਾਨਾਂ ਦਾ ਦਖਲ ਵਧਿਆ, ਜੱਟ ਪਿਛੋਕੜ ਵਾਲੇ ਬੰਦੇ ਮੰਡੀ 'ਚ ਆੜਤੀ ਬਣ ਕੇ ਬੈਠੇ ਨੇ, ਤਾਂ ਹੀ ਉਹ ਸਮਝਾਉਣ 'ਚ ਕਾਮਯਾਬ ਹੋਏ ਨੇ ਕਿ ਇਸ ਨਾਲ ਜਿਹੜੇ ਹਿੱਤ ਨੇ ਵਪਾਰੀ ਵਰਗ ਦੇ ਕਿਸਾਨ ਤੇ ਲੱਗਦੇ ਨੇ। ਨਹੀਂ ਤਾਂ ਜਿਹੜਾ ਵਪਾਰੀ ਵਰਗ, ਜਿਸ ਬਹੁ ਗਿਣਤੀ ਦਾ ਵਪਾਰੀ ਵਰਗ ਖਾਸ ਕਰ ਆੜਤੀ ਵਰਗ ਪੰਜਾਬ 'ਚ ਪਿਛਲੇ 2-3 ਦਹਾਕੇ ਪਹਿਲਾਂ ਤੱਕ ਰਿਹਾ ਹੈ, ਉਹਨਾਂ ਦੇ ਉੱਤੇ ਤਾਂ ਅੱਖਾਂ ਦੇ ਪੱਟੀ ਬੰਨੀ ਹੁੰਦੀ ਸੀਗੀ ਕੇਂਦਰ ਦੀ ਸਰਕਾਰ ਦੀ ਜਾਂ ਪੰਜਾਬ ਦੇ ਵਿਰੋਧ ਕਰਨ ਦੀ। ਪੰਜਾਬ ਦੇ ਵਿਰੋਧ ਕਰਨ ਦਾ, ਹਰ ਗੱਲ 'ਚ ਪੰਜਾਬੀ ਬੋਲਦੇ ਇਲਾਕਿਆਂ ਬਾਰੇ ਵਿਰੋਧ ਕਰਨਾ, ਪੰਜਾਬ ਦਾ ਭਾਸ਼ਾ ਆਪਣੀ ਗਲਤ ਦੂਜੀ ਲਿਖਾਣੀ, ਜਾਂ ਕੋਈ ਹੋਰ ਅਗਰ ਗੱਲ ਆਉਂਦੀ, ਪਾਣੀਆਂ ਦੀ ਗੱਲ ਆਉਂਦੀ, ਤਾਂ ਸੋਚਣਾ ਕਿ ਸਾਡੇ ਇਨਸਾਨ ਤੋਂ ਕੋਈ ਫਰਕ ਹੀ ਨਹੀਂ ਪੈਂਦਾ ਇਹਦੇ ਨਾਲ। ਕਿਸੇ ਧਾਰਮਿਕ ਸਥਾਨ ਦੇ ਉੱਤੇ ਕੇਂਦਰ ਸਰਕਾਰ ਵੱਲੋਂ ਹਮਲਾ ਕਰਨਾ ਤਾਂ ਉਸ ਬਾਰੇ ਇਹ ਕਹਿਣਾ ਕਿ ਇਹ ਤਾਂ ਕਿਸੇ ਹੋਰ ਦਾ ਹੈ, ਸਾਡਾ ਨਹੀਂ ਹੈ। ਸੋ ਉਸਨੇ ਜਦੋਂ ਗੱਲ ਰੋਟੀ ਦੀ ਆਈ, ਜਦੋਂ ਗੱਲ ਜਿਹੜੀ ਹੈਗੀ ਆ ਆਰਥਿਕਤਾ ਦੀ ਆਈ, ਵਪਾਰ ਦੀ ਆਈ, ਤਾਂ ਉਦੋਂ ਫਿਰ ਗੱਲ ਬੜੀ ਛੇਤੀ ਖਾਨੇ ਪੈ ਗਈ ਕਿ ਜਿਹੜੀ ਕੇਂਦਰ ਦੀ ਸਰਕਾਰ ਹੈ, ਉਹ ਇਹ ਨਾ ਕਹੋ ਕਿ ਉਹ ਇੱਕ ਬਹੁਗਿਣਤੀ ਧਰਮ ਦਾ ਜਿਹੜਾ ਦਬਦਬਾ ਹੈ ਭਾਰਤ ਦੇ ਵਿੱਚ, ਉਹ ਉਸਦੀ ਤਰਜਮਾਨੀ ਕਰਦੀ ਹੈ, ਤੇ ਉਸ ਧਰਮ ਦੇ ਸਾਰੇ ਲੋਕਾਂ ਨੂੰ ਅੰਧ ਵਿਸ਼ਵਾਸੀ ਹੋ ਕੇ ਉਹਦੇ ਉੱਤੇ ਵਿਸ਼ਵਾਸ ਕਰ ਲੈਣਾ ਚਾਹੀਦਾ ਹੈ। ਜਦੋਂ ਤੁਹਾਡਾ ਧਰਮ ਵਪਾਰ ਵੀ ਹੈ ਤਾਂ ਉਦੋਂ ਤੁਹਾਨੂੰ ਫਿਰ ਦੇਖਣਾ ਪੈਣਾ ਹੈ ਕਿ ਅੱਜ ਜਿਹੜਾ ਹੈਗਾ ਮੁੱਢ ਕਦੀਮ ਤੋਂ ਚੱਲਿਆ ਆ ਰਿਹਾ ਧਰਮ ਪਗਾਉਣਾ ਹੈ, ਕਿ ਜੋ ਵਪਾਰੀ ਧਰਮ ਦੇ ਨਾਲ ਰੋਜੀ ਰੋਟੀ ਚਲਾਉਣੀ ਹੈ, ਸਟੇਟ ਨੇ ਪ੍ਰੋਗਰੈਸ ਕਰਨਾ ਹੀ ਹੈ, ਜਾਂ ਹੋਰ ਜਿਹੜੀ ਆਪਣੀ ਜੀਵਨ ਚਰਿਆ ਹੈਗੀ ਹੈ, ਜਿਹਦੀ ਪਹਿਲੀ ਟੇਕ ਜਿਹੜੀ ਹੈ ਮੌਕੇ ਦਾ ਜੋ ਵਪਾਰ ਹੈ, ਤੁਹਾਡਾ ਮੌਕੇ ਦਾ ਕਾਰੋਬਾਰ ਹੈ, ਮੌਕੇ ਦਾ ਤੁਹਾਡਾ ਦਾਣਾ ਪਾਣੀ ਦਾ ਹਿੱਲਾ ਹੈ, ਅਗਰ ਉਹੀ ਨਾ ਰਿਹਾ ਤਾਂ ਫਿਰ ਮੁੜ ਕੇ ਤਾਂ ਟੱਲ ਖੜਕਾਉਣ ਦੇ ਜਿੱਥੇ ਮਰਜ਼ੀ ਖੜਕਾਈ ਚੱਲੋ ਜਾ ਕੇ। ਸੋ ਗੱਲ ਨੂੰ ਆਪਾਂ ਥੋੜਾ ਹੋਰ ਸਰਲ ਭਾਸ਼ਾ 'ਚ ਲਿਜਾ ਕੇ ਕਰੀਏ ਕਿ ਜਿਹੜੇ ਵੀ ਕੇਂਦਰ ਵੱਲੋਂ ਆਰਡੀਨੈਂਸ ਜਾਂ ਜਿਹੜੇ ਵੀ ਇਹ ਡਰਾਫਟ ਬਿੱਲਾਂ ਦੇ ਸੋਧਾਂ, ਇਹ 2003 'ਚ ਲਿਆਂਦਾ ਸੀ ਜੀ ਵੈਸੇ। ਅੱਛਾ ਜੀ। ਉਦੋਂ ਵੀ ਵਾਜਪਾਈ ਸਰਕਾਰ ਸੀ। ਸੋ ਉਦੋਂ ਤੋਂ ਲੈ ਕੇ ਜਿਹੜਾ ਹੁਣ ਤੱਕ ਇਹੀ ਕੁਝ ਚੱਲਦਾ ਆਇਆ ਕਿ ਜਿਹੜੀਆਂ ਚੀਜ਼ਾਂ ਪਹਿਲਾਂ ਰਹਿ ਗਈਆਂ ਸੀਗੀਆਂ, ਉਹ ਇਸ ਸਰਕਾਰ ਨੇ ਦੁਬਾਰਾ, ਇਸ ਪਾਰਟੀ ਦੀ ਸਰਕਾਰ ਨੇ ਆ ਕੇ ਉਹਨਾਂ ਨੂੰ ਦੁਬਾਰਾ ਛੋਇਆ ਹੈ, ਤੇ ਇਹਨਾਂ ਨੂੰ ਕੁੱਲ ਮਿਲਾ ਕੇ ਉਸ ਪਾਸੇ ਨੂੰ ਭੁਗਤਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਮੇਨ ਫਾਈਨੈਂਸਰ ਨੇ ਸਰਕਾਰ ਦੇ। ਦੂਜਾ ਪਹਿਲੂ ਇਸ ਦਾ ਬਿੱਲ ਦਾ ਇਹ ਹੈ ਜੀ, ਥੋੜੀ ਜਿਹੀ ਹੋਰ ਸਰਲ ਭਾਸ਼ਾ 'ਚ ਕਰ ਲਈਏ, ਸਾਡੇ ਜਦੋਂ ਬਿਜਲੀ ਦੇ ਬਿੱਲ ਫਰਜ਼ ਕਰੋ ਪਾਵਰਕਾਮ ਨੇ ਵਧਾਣੇ ਹੁੰਦੇ ਨੇ, ਤਾਂ ਉਹ ਇਹ ਨਹੀਂ ਖਾਲਾ ਜੀ ਦਾ ਵਾੜਾ ਕਿ ਉਹ ਆਟੋਨੋਮਸ ਬੋਡੀ ਹੈ ਤੇ ਆਪਣੀ ਮਰਜ਼ੀ ਨਾਲ ਵਧਾ ਲੂਗੀ। ਉਹਦੀ ਇੱਕ ਪ੍ਰਕਿਰਿਆ ਹੈ ਕਿ ਉਹਨਾਂ ਨੇ ਪੰਜਾਬ ਸਟੇਟ ਇਲੈਕਟ੍ਰਿਸਿਟੀ ਰੈਗੂਲੇਟਰੀ ਅਥਾਰਟੀ ਜਿਹੜੀ ਹੈ 34 ਸੈਕਟਰ ਚੰਡੀਗੜ੍ਹ ਦੇ ਵਿੱਚ, DS ਬੈਂਸ ਜਿਹਦੇ ਪਿੱਛੇ ਜੇ ਚੇਅਰਮੈਨ ਰਹੇ ਨੇ ਪਿੱਛੇ ਜੇ, ਤੇ ਉਹਨਾਂ ਕੋਲ ਜਿਹੜੀ ਪਟੀਸ਼ਨ ਪਾਣੀ ਹੁੰਦੀ ਹੈ, ਉਹ ਪਟੀਸ਼ਨ ਦੇ ਉੱਤੇ ਫਿਰ ਇਤਰਾਜ਼ ਮੰਗੇ ਜਾਂਦੇ ਨੇ, ਅਖਬਾਰਾਂ ਦੇ ਵਿੱਚ ਇਸ਼ਤਿਹਾਰ ਵੀ ਜਾਂਦੇ ਨੇ। ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਨਜ਼ਰ ਵੀ ਪਈ ਹੋਏਗੀ, ਬਲੈਕ ਐਂਡ ਵਾਈਟ ਦਾ ਇੱਕ ਇਸ਼ਤਿਹਾਰ ਹੁੰਦਾ ਹੈ ਕਿ ਕੋਈ ਪਾਵਰਕਾਮ ਦੀ ਪਟੀਸ਼ਨ ਆਈ ਆ ਫਲਾਣੀ ਤਰੀਕ ਦੀ, 15 ਦਿਨਾਂ ਦੇ ਅੰਦਰ ਅੰਦਰ ਇਤਰਾਜ਼ ਮੰਗੇ ਜਾਂਦੇ ਨੇ, ਫਿਰ ਇਤਰਾਜ਼ ਜਾਂਦੇ ਨੇ, ਇਤਰਾਜ਼ਾਂ ਦੇ ਉੱਤੇ ਗੌਰ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਜਿਹੜਾ ਹੈਗਾ ਰੈਗੂਲੇਟਰੀ ਕਮਿਸ਼ਨ ਤੈਅ ਕਰਦਾ ਹੈ ਕਿ ਦਰਾਂ ਵਧਣੀਆਂ ਨੇ ਜਾਂ ਨਹੀਂ ਵਧਣੀਆਂ ਨੇ, ਜੇ ਵਧਣੀਆਂ ਨੇ ਤਾਂ ਕਿੰਨੀਆਂ ਵਧਣੀਆਂ ਨੇ। ਕੁੱਲ ਮਿਲਾ ਕੇ ਪਰ ਇੱਕ ਸੁਤੰਤਰ ਬੋਡੀ ਹੈ, ਇੱਕ ਢਾਂਚਾ ਹੈ, ਜਿੱਥੇ ਇੱਕ ਟਰਾਂਸਪੇਰੈਂਟ ਜਿਹੜੀ ਹੈਗੀ ਹੈ ਪ੍ਰਕਿਰਿਆ ਹੈ। 1 ਰੁਪਇਆ ਵੀ ਅਗਰ ਯੂਨਿਟ ਪਿੱਛੇ 1 ਪੈਸਾ ਵੀ ਵਧਾਉਣਾ ਤਾਂ 1 ਪੈਸਾ ਵੀ, ਰੁਪਈਆ ਤਾਂ ਬਹੁਤ ਵੱਡੀ ਗੱਲ ਹੁੰਦੀ ਹੈ, ਤਾਂ ਉਸ ਵਾਸਤੇ ਬਕਾਇਦਾ ਇੱਕ ਪ੍ਰਕਿਰਿਆ ਜਿਹੜੀ ਹੈਗੀ ਆ ਅਪਣਾਈ ਜਾਂਦੀ ਹੈ। ਪਰ ਇਹਦੇ 'ਚ ਜੇਕਰ ਇਹ ਬਿੱਲ ਪਾਸ ਹੋ ਜਾਂਦਾ, ਜਿਵੇਂ ਕਿ ਸੁਭਾਵਕ ਹੈ ਕਿ ਜੇ ਨਾ ਡਟ ਕੇ ਖੜੇ ਲੋਕ, ਕਿਉਂਕਿ ਕਰੋਨਾ ਦੇ ਵਿੱਚ ਸਾਰਾ ਕੁਝ ਲਾਹਾ ਖੱਟਣ ਦੇ ਦੌਰ 'ਚ ਨੇ ਨਾ, ਤਾਂ ਕਿ ਲੋਕ ਮੂਵਮੈਂਟ ਨਾ ਬੜੇ, ਪਹਿਲਾਂ ਕਿਸਾਨਾਂ ਬਾਰੇ ਆਰਡੀਨੈਂਸ ਲੈ ਆਉਂਦੇ ਤਾਂ ਵੀ ਲੋਕ ਮੂਵਮੈਂਟ ਨਹੀਂ ਬਣਨ ਦਿੱਤੀ, ਸਾਰੇ ਪਾਸੇ ਲਾਇਆ ਹੋਇਆ ਹੈ। ਕਿਉਂਕਿ ਪੰਜਾਬ ਜ਼ਰੂਰ ਕਿਸਾਨੀ ਆਧਾਰਿਤ ਸੂਬਾ ਹੈ ਦਾਨੇ ਵਾਲੇ ਸਾਹਿਬ, ਪਰ ਪੰਜਾਬ ਤੋਂ ਕਿਸਾਨ ਜੇਕਰ ਅੰਦੋਲਨ ਜਾਂ ਸੰਘਰਸ਼ ਉੱਠਦਾ ਹੈ, ਉਹਦਾ ਇੰਨਾ ਜ਼ਿਆਦਾ ਇੰਪੈਕਟ ਨਹੀਂ ਪੈਂਦਾ ਕਿਉਂਕਿ ਇਹਦਾ ਗਿਣਤੀ ਥੋੜੀ ਹੈ। ਦੂਜਾ, ਪੰਜਾਬ ਦੀਆਂ ਜਿਹੜੀਆਂ ਕਿਸਾਨ ਯੂਨੀਅਨ ਨੇ ਉਹ ਫੁੱਟ ਦਾ ਸ਼ਿਕਾਰ ਨੇ। ਸਭ ਤੋਂ ਵੱਧ ਅਸਰ ਪਾਉਂਦੇ ਨੇ ਮਹਾਰਾਸ਼ਟਰ ਵਰਗੇ ਸੂਬੇ, ਮਹਾਰਾਸ਼ਟਰ ਦੇ ਕਿਸਾਨ, ਮੱਧ ਪ੍ਰਦੇਸ਼ ਦੇ ਕਿਸਾਨ, ਰਾਜਸਥਾਨ ਦੇ ਕਿਸਾਨ, ਇਹਨਾਂ ਸੂਬਿਆਂ ਦੇ ਕਿਸਾਨ ਜਿਹੜੇ ਵੱਡੇ ਸੂਬੇ ਨੇ, ਇਹਨਾਂ ਦੇ ਕਿਸਾਨ ਜਿਹੜੇ ਨੇ ਵੱਡਾ ਮੂਵਮੈਂਟ ਖੜਾ ਕਰਦੇ ਨੇ। ਜਦੋਂ ਵੀ ਕਿਸਾਨ ਮੂਵਮੈਂਟ ਖੜਾ ਹੋਇਆ ਹੈ, ਪੰਜਾਬ ਦੇ ਕਿਸਾਨਾਂ ਦਾ ਸਿਰ ਜ਼ਰੂਰ ਉੱਚਾ ਰਹਿੰਦਾ, ਹਮੇਸ਼ਾ ਮੋਹਰੀ ਹੋ ਕੇ ਭੂਮਿਕਾ ਨਿਭਾਉਣ 'ਚ। ਪਰ ਸਮਰੱਥਾ ਦੇ ਅਗਰ ਨਜ਼ਰੀਏ ਤੋਂ ਗੱਲ ਕਰੀਏ ਤਾਂ ਅਸਰਦਾਰ ਜਿਹੜੇ ਵੀ ਕਿਸਾਨ ਸੰਘਰਸ਼ ਹੋਏ ਨੇ ਜਦੋਂ ਵੀ, ਤਾਂ ਉਹਨਾਂ ਸੂਬਿਆਂ, ਉਹ ਵੀ ਕਿਉਂਕਿ ਸੂਬੇ
ਖੇਤੀ ਆਧਾਰਿਤ ਸੂਬੇ ਨੇ, ਉਹਨਾਂ ਦੀ ਖੇਤੀ ਹੋਰ ਤਰ੍ਹਾਂ ਦੀ ਹੈ, ਕਿਤੇ ਗੰਢਿਆਂ ਦੀ ਖੇਤੀ ਹੁੰਦੀ ਹੈ, ਕਿਤੇ ਹੋਰ ਚੀਜ਼ ਦੀ ਪ੍ਰਮੁੱਖਤਾ ਨਾਲ ਖੇਤੀ ਹੁੰਦੀ ਹੈ। ਸੋ ਹੁਣ ਉਹ ਸੂਬੇ ਜਿਹੜੇ ਨੇ ਰੈੱਡ ਜ਼ੋਨ ਚ ਆਏ ਹੋਏ ਨੇ ਕਰੋਨਾ ਕਰਕੇ, ਉੱਥੋਂ ਮੂਵਮੈਂਟ ਉੱਠ ਨਹੀਂ ਸਕਣੀ। ਇਸੇ ਓਟ ਦੇ ਵਿੱਚ ਜਿਹੜੀ ਹੈਗੀ, ਇਸੇ ਬਹਾਨੇ ਦੇ ਨਾਲ ਕੇਂਦਰ ਨੇ ਖੇਤੀ ਵਾਲੇ ਆਰਡੀਨੈਂਸ ਲਿਆ ਕੇ ਦਿੱਤੇ ਨੇ, ਤੇ ਇਸੇ ਦੇ ਵਿੱਚ ਜਿਹੜੀ ਹੈਗੀ ਆ ਹੁਣ ਜਿਹੜੀ ਪਾਵਰ ਜਿਹੜੀ ਸੋਧ ਬਿੱਲ, ਜਿਹੜੀ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ 2020 ਜਿਹੜਾ ਇਹ ਲੈ ਕੇ ਆਂਦਾ ਜਾ ਰਿਹਾ ਤਾਂ ਕਿ ਮੂਵਮੈਂਟ ਨਾ ਖੜੀ ਹੋਵੇ। ਹੁਣ ਰੈਗੂਲੇਟਰੀ ਕਮਿਸ਼ਨ, ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਰੈਗੂਲੇਟਰੀ ਕਮਿਸ਼ਨ ਦਾ ਚੇਅਰਮੈਨ ਵੀ ਇਹ ਲਾਣਗੇ, ਰੈਗੂਲੇਟਰੀ ਕਮਿਸ਼ਨ ਦੇ ਮੈਂਬਰ ਵੀ ਇਹ ਲਾਣਗੇ। ਜਦੋਂ ਇਹ ਲਾਣਗੇ ਤਾਂ ਉਹ ਬੰਦਾ ਇਹਨਾਂ ਦਾ ਹੋਏਗਾ। ਮੈਂ ਡੀਐਸ ਬੈਂਸ ਦਾ ਐਗਜ਼ਾਮਪਲ ਇਸ ਕਰਕੇ ਦਿੱਤਾ ਸੀ ਕਿ ਡੀਐਸ ਬੈਂਸ ਸਾਬਕਾ ਜਿਹੜੇ ਨੇ ਮੁੱਖ ਸਕੱਤਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਦੇ, ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉਦੋਂ ਪ੍ਰਸ਼ਾਸਨਿਕ ਅਫਸਰ ਰਹਿ ਕੇ ਆਏ ਨੇ। ਉਹ ਪੰਜਾਬ ਦੇ ਚਾਹੇ ਸਿਆਸੀ ਤੌਰ ਦੇ ਉੱਤੇ ਉਹ ਕਿਸੇ ਪਾਸੇ ਵੀ ਡੱਕਾ ਸੁੱਟਦੇ ਹੋਣ, ਪਰ ਉਹ ਪੰਜਾਬ ਦੀ ਨਬਜ਼ ਫੜਨ ਵਾਲੇ ਬੰਦੇ ਸੀ। ਜਾਂ ਜਿਹੜੇ ਵੀ ਹੋਰ ਚੇਅਰਮੈਨ ਲਾਏ ਜਾਂਦੇ ਰਹੇ ਨੇ, ਉਹ ਪੰਜਾਬ ਦੀ ਨਬਜ਼ ਫੜਨ ਵਾਲੇ ਬੰਦੇ ਹੁੰਦੇ ਨੇ, ਕਿਉਂਕਿ ਉਹ ਸਟੇਟ ਨੇ ਲਾਏ ਹੁੰਦੇ ਨੇ। ਸਟੇਟ ਨੂੰ ਪਤਾ ਹੁੰਦਾ ਹੈ ਕਿ ਇੱਥੇ ਕਿਸ ਬੰਦੇ ਨੂੰ ਬਿਠਾਣਾ, ਕਿਸ ਨੂੰ ਨਹੀਂ ਬਿਠਾਣਾ, ਚਾਹੇ ਲਿਹਾਜ਼ 'ਚ ਹੀ ਬਿਠਾਣਾ, ਪਰ ਬੰਦਾ ਤਾਂ ਘੱਟੋ ਘੱਟ ਕਹਿਣਾ ਆਪਣਾ ਮਾਰੂਗਾ, ਛਾਵੇਂ ਦਾ ਸੁੱਟੂਗਾ। ਤਾਂ ਜਦੋਂ ਚੀਜ਼ ਹੀ ਪ੍ਰੈਰੋਗੇਟਿਵ ਵੀ ਸਾਰਾ ਕੇਂਦਰ ਦਾ ਹੋ ਗਿਆ, ਰੈਗੂਲੇਟਰੀ ਕਮਿਸ਼ਨ ਜਿਹਨੇ ਇੱਕ ਪੈਸਾ ਵਧਾਉਣਾ ਵੀ ਤੈਅ ਕਰਨਾ, ਤਾਂ ਉਹ ਵੀ ਕੇਂਦਰ ਦਾ ਬੰਦਾ ਬਹਿ ਗਿਆ ਆ ਕੇ। ਹੁਣ ਜਿਵੇਂ ਪੰਜਾਬ ਰਾਜ ਹਿਊਮਨ ਰਾਈਟ ਕਮਿਸ਼ਨ ਹੈ, ਇੱਥੇ ਜਿਹੜੇ ਜੱਜ ਸਾਹਿਬ ਨੇ, ਸਾਬਕਾ ਜੱਜ ਸਾਹਿਬ ਆਏ ਬੈਠੇ ਨੇ, ਉਹ ਯੂਪੀ ਦੇ ਪਤਾ ਨਹੀਂ ਕਿੱਥੋਂ ਦੇ ਨੇ, ਅੰਸਾਰੀ ਸਾਹਿਬ। ਇਸੇ ਤਰ੍ਹਾਂ ਪੰਜਾਬ ਦਾ ਵਕਫ ਬੋਰਡ ਹੈ। ਕਿ ਪੰਜਾਬ ਦੇ ਮਲੇਰਕੋਟਲੇ ਵਿੱਚ ਮੁਸਲਮਾਨਾਂ ਦੀ ਕਮੀ ਰਹਿ ਗਈ ਸੀ, ਜਾਂ ਪੰਜਾਬ ਦੇ ਕਿਹੜੇ ਸ਼ਹਿਰ ਦੇ ਵਿੱਚ, ਕਿਹੜੇ ਕਸਬੇ ਦੇ ਵਿੱਚ ਜਿਹੜੇ ਨੇ ਮੁਸਲਮਾਨ ਸੱਜਣ ਨਹੀਂ ਰਹਿੰਦੇ, ਸਿਆਸੀ ਰੁਤਬੇ ਵਾਲੇ ਨਹੀਂ ਰਹਿੰਦੇ, ਉੱਥੇ ਵੀ ਲਿਆ ਕੇ ਬਾਹਰ ਤੋਂ ਦੀ ਸਟੇਟ ਤੋਂ ਬੰਦਾ ਬਿਠਾਤਾ। ਇਹ ਤਾਂ ਫੁੱਲ ਫਲੈਜ ਤੁਹਾਡਾ ਪਾਵਰਕੌਮ ਮਤਲਬ ਪਾਵਰਕੌਮ ਨੂੰ ਏਦਾਂ ਆਪਾਂ ਨਹੀਂ ਲੈ ਸਕਦੇ। ਪਾਵਰਕੌਮ ਦਾ ਤੁਹਾਡਾ ਸਵਿੱਚ ਹੀ ਦੇਤਾ ਤੁਸੀਂ ਬਿਜਲੀ ਬੋਰਡ ਦਾ ਉਹਨਾਂ ਨੂੰ। ਸਵਿੱਚ ਹੀ ਦੇਤਾ, ਮਗਰ ਕੀ ਰਹਿ ਗਿਆ ਤੁਹਾਡੇ ਕੋਲ? ਤੁਸੀਂ ਸਟੇਟ ਦੇ ਜਦੋਂ ਅਗਲੇ ਕਹਿਣ ਵੀ ਸਵਿੱਚ ਨੱਪਦਾ, ਜਦੋਂ ਕਹਿੰਦਾ ਜਿਵੇਂ ਬੰਦਾ ਕਿਰਾਏ ਤੇ ਨਹੀਂ ਰਹਿੰਦਾ ਹੁੰਦਾ ਤਾਂ ਮਕਾਨ ਮਾਲਕ ਦੀ ਚੱਲਦੀ ਹੁੰਦੀ ਹੈ, ਉਹਨੇ ਜਦੋਂ ਜੀ ਕੀਤਾ ਤਾਂ ਟ੍ਰਿਪ ਔਨ ਕਰਤਾ, ਜਦੋਂ ਕੀਤਾ ਤੇ ਡਾਊਨ ਕਰਤਾ। ਸੋ ਇਹ ਕੁੱਲ ਮਿਲਾ ਕੇ ਬੜਾ ਲੌਂਗ ਜਿਹੜਾ ਇਫੈਕਟਿਵ ਫੈਸਲਾ, ਲੰਬੇ ਚਿਰ ਤੇ ਬੜਾ ਤਕੜਾ ਅਸਰ ਪਾਏਗਾ, ਖਾਸ ਕਰ ਰਾਜਾਂ ਦੇ ਵੱਧ ਅਧਿਕਾਰਾਂ ਦੀ ਜਿਹੜੀ ਗੱਲ ਕਰਦੇ ਆ। ਦੇਖੋ, ਕਿਸੇ ਨੂੰ ਗੱਲ ਬੁਰੀ ਲੱਗ ਸਕਦੀ ਹੈ, ਕਿਸੇ ਨੂੰ ਗੱਲ ਚੁੱਭ ਸਕਦੀ ਹੈ, ਕਿਸੇ ਨੂੰ ਗੱਲ ਸ਼ਾਇਦ ਹੋਰ ਥੋੜੀ ਦੇਰ ਤੱਕ ਜਾਂ ਥੋੜਾ ਵਿਚਾਰਨ ਤੋਂ ਬਾਅਦ ਸਮਝ ਆਏਗੀ। ਜਿਵੇਂ ਆਪਾਂ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਜਥੇਦਾਰ ਸਾਹਿਬ ਦੇ ਬਿਆਨ ਦੇ ਉੱਤੇ ਆਪਾਂ ਵਿਸ਼ਲੇਸ਼ਣ ਕੀਤਾ ਸੀ, ਸੋ ਉੱਥੇ ਵੀ ਜਿਹੜੀ ਗੱਲ ਇਹੀ ਆਈ ਸੀ ਵਾਰ-ਵਾਰ ਕਿ ਅੱਜ ਇਸ ਤਰੀਕੇ ਨਾਲ ਰਾਜਾਂ ਦੇ ਪਹਿਲਾਂ ਹੱਕਾਂ ਨੂੰ ਬਚਾਉਣ ਦੇ, ਇਸ ਸੰਵਿਧਾਨਕ ਤਰੀਕੇ ਨਾਲ ਲੜਾਈ ਲੜਨ ਦੀ ਜ਼ਿਆਦਾ ਲੋੜ ਹੈ, ਜਿਹੜੇ ਹੌਲੀ-ਹੌਲੀ ਖੋਏ ਜਾ ਰਹੇ ਨੇ। ਬਿਲਕੁਲ ਇਹ ਨਾ ਹੋਵੇ ਕਿ ਅਸੀਂ ਵੱਡਾ ਹਾਥੀ ਖੜਾ ਕਰਕੇ, ਮੈਂ ਕਹਿੰਦਾ ਜੀ ਬੜੇ ਤਰੀਕੇ ਦੇ ਨਾਲ ਤੁਹਾਡੀ ਬੋਰੀ ਦੇ ਵਿੱਚ ਪਰਖੀ ਲਾ ਲਈ ਹੈ, ਜਿਵੇਂ ਉਹ ਕਹਿੰਦੇ ਨਾ ਵਿੱਚ ਮੋਰੀ ਉਹ ਲਾ ਕੇ ਤੇ ਹੌਲੀ ਹੌਲੀ ਝਰੀ ਜਾਂਦਾ, ਤੁਹਾਡੇ ਦਾਣੇ ਤੇ ਪਤਾ ਲੱਗਿਆ ਕਿ ਤੁਹਾਡੇ ਪੱਲੇ ਹੀ ਕੁਝ ਨਹੀਂ ਰਿਹਾ। ਬਿਲਕੁਲ। ਸੋ ਇਹ ਜਿਹੜੀ ਤੁਸੀਂ ਇਹ ਸੋਚੀ ਬੈਠੇ ਹੋ ਕਿ ਅਸੀਂ ਵੱਡਾ ਹਾਥੀ ਜਿਹੜਾ ਉਹੀ ਲੰਘਾਣਾ ਹੈ ਇਸ ਦਰਵਾਜ਼ੇ ਚੋਂ, ਵੱਡਾ ਹਾਥੀ ਲੰਘੇ ਨਾ ਤੇ ਤੁਸੀਂ ਆਪ ਜਿਹੜਾ ਅੰਦਰ ਵੜ ਕੇ ਨਾ ਦੇਖੋਗੇ ਕਮਰੇ 'ਚ ਕੀ ਕਰੀ ਜਾਂਦੇ ਨੇ ਅਗਲੇ। ਸੋ ਇਹ ਬੜੀ ਇੱਕ ਡੂੰਗੀ ਬਹਿਸ ਦਾ ਵੀ ਵਿਸ਼ਾ ਹੈ, ਵਿਚਾਰ ਚਰਚਾ ਦਾ ਵੀ ਵਿਸ਼ਾ ਹੈ, ਤੇ ਇਹ ਮੇਰੇ ਖਿਆਲ 'ਚ ਮੀਡੀਆ ਨੂੰ ਤਾਂ ਮੈਂ ਵਾਰ-ਵਾਰ ਹੀ ਕਹਿੰਦਾ ਹੁੰਦਾ ਕਿ ਮੀਡੀਆ ਨੂੰ ਜ਼ਰੂਰ ਜਿਹੜਾ ਇਹ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਕਿ ਜਿਹੜੀਆਂ ਚੀਜ਼ਾਂ ਹੁਣ ਕਰਨ ਵਾਲੀਆਂ ਨੇ ਉਹਨਾਂ ਦੇ ਵੱਲ ਧਿਆਨ ਦੇਣਾ ਚਾਹੀਦਾ। ਖਾਸ ਕਰ ਪੰਜਾਬ ਦੀਆਂ ਚੋਣਾਂ ਦਾ ਮੁੱਦਾ ਬਣਾਓ ਤਾਂ ਕਿ ਅਕਾਲੀ ਦਲ ਮਜਬੂਰ ਹੋਏ ਭਾਈਵਾਲ ਪਾਰਟੀ ਨੂੰ ਹੁਣੇ ਤੋਂ ਜਿਹੜਾ ਹੈਗਾ ਉਹਦੀ ਚੂੜੀ ਕੱਸਣ ਵਾਸਤੇ ਤੇ ਤੁਸੀਂ ਦੂਜੀਆਂ ਪਾਰਟੀਆਂ ਨੂੰ ਨਾਲ ਲਓ। ਆਮ ਆਦਮੀ ਪਾਰਟੀ ਦਾ ਵਿਚਾਰ ਸੁਣੋ ਤੁਸੀਂ ਵੀ ਭਾਈ ਪਾਣੀਆਂ ਦੇ ਮੁੱਦੇ ਤੇ ਤੂੰ ਕੇਂਦਰ ਦੇ ਹੱਕ 'ਚ ਬੋਲੀ ਜਾਂਦਾ ਹੈ, ਪੰਜਾਬ ਦੇ ਵਿਰੁੱਧ ਖੜਦਾ ਹੁੰਦਾ ਹੈ। ਹੁਣ ਵੀ ਜਿਹੜੀ ਹੈਗੀ ਮਾਮਲਾ ਤੂੰ ਦੱਸ ਦੇ ਭਾਈ ਤੇਰੇ ਤੇ ਤੂੰ ਕਿਹੜੇ ਪਾਸੇ ਖੜਾ ਹੈ, ਤਾਂ ਤੈਨੂੰ ਵੋਟਾਂ ਪਾਵਾਂਗੇ, ਵੋਟਾਂ ਪਾ ਦੋ ਜੇ ਜੀ ਸਦਕੇ, ਜੇ ਅਗਰ ਸਾਡੇ ਹੱਕ 'ਚ ਖੜਦੇ ਨੇ ਅਗਲੇ। ਬਿਲਕੁਲ। ਸੋ ਇਹ ਕਹਾਣੀ ਹੈ ਜੀ ਕੁੱਲ ਮਿਲਾ ਕੇ। ਤੇ ਉਧਰ ਫਿਰ ਜਿਹੜੇ ਆਪਣੇ ਗੁਰੂ ਸਾਹਿਬ ਦੇ, ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਜਿਹੜੀ ਮਿਸਿੰਗ ਦੀ ਚਰਚਾ ਚੱਲ ਰਹੀ ਹੈ, ਉਹਦੇ 'ਚ ਕੋਈ ਲੇਟੈਸਟ ਅਪਡੇਟਸ ਕੁਛ ਨਵਾਂ ਜੀ? ਦੇਖੋ, ਉਸ ਮਾਮਲੇ 'ਚ ਦੋ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਜਿਹੜੀ 2016 ਮਈ ਦੀ ਉਹ ਘਟਨਾ ਦੱਸੀ ਜਾ ਰਹੀ ਹੈ, ਜਿਸ ਦਿਨ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਸ਼ਾਰਟ ਸਰਕਟ ਕਾਰਨ ਜਾਂ ਕਿਸੇ ਕਾਰਨ ਅੱਗ ਲੱਗਦੀ ਹੈ। ਉਹ ਅੱਗ ਬੁਝਾਉਣ ਵਾਸਤੇ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਕੁਝ ਸਰੂਪ ਜਿਹੜੇ ਨੇ ਉਹ ਅੱਗ ਲੱਗਣ ਕਾਰਨ ਨੁਕਸਾਨੇ ਗਏ, ਕੁਝ ਸਰੂਪ ਪਾਣੀ ਦੀਆਂ ਵਾਛੜਾਂ ਕਾਰਨ ਨੁਕਸਾਨੇ ਗਏ। ਉਹਨਾਂ ਦੀ ਗਿਣਤੀ ਇੱਕ ਵੱਖਰੀ ਹੈ ਤੇ ਜਿਹੜੇ 267 ਸਮੁੱਚੇ ਤੌਰ ਦੇ ਉੱਤੇ ਆਪਾਂ ਕਹਿ ਰਹੇ ਹਾਂ ਕਿ ਮਿਸਿੰਗ ਨੇ, ਜਿਹਦੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਵੀ ਜਿਹੜੀ ਹੈਗੀ ਹੈ ਪੁਸ਼ਟੀ ਕੀਤੀ ਹੈ ਵੀ ਹਾਂ ਇਸ ਸਰੂਪ ਰਿਕਾਰਡ 'ਚ ਮਿਸਿੰਗ ਨੇ। ਉਹਦੇ ਬਾਰੇ ਸਾਬਕਾ ਜਨਰਲ ਸੈਕਟਰੀ ਜਿਹੜੇ ਰਹੇ ਨੇ ਸ਼੍ਰੋਮਣੀ ਕਮੇਟੀ ਦੇ 2003 ਤੋਂ ਲੈ ਕੇ 2016 ਤੱਕ ਤੇ 1996 ਤੋਂ ਮੈਂਬਰ ਚੱਲੇ ਆ ਰਹੇ ਨੇ, ਜਥੇਦਾਰ ਸੁਖਦੇਵ ਸਿੰਘ ਭੌਰ, ਉਹਨਾਂ ਨੇ, ਮੈਂ ਇੱਕ ਟੀਵੀ ਇੰਟਰਵਿਊ ਉਹਨਾਂ ਦੀ ਕੀਤੀ ਆ, ਉਹਦੇ 'ਚ ਉਹਨਾਂ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ। ਉਹਨਾਂ ਨੇ ਪਹਿਲੀ ਗੱਲ ਤਾਂ ਇਹ ਗੱਲ ਕੀਤੀ ਹੈ ਕਿ ਉਸ ਦਿਨ ਜਦੋਂ ਅੱਗ ਲੱਗਣ ਦੀ ਘਟਨਾ ਵਾਪਰੀ ਸੀ ਤਾਂ ਉਹ ਉਦੋਂ ਗਏ ਸੀ ਮੌਕਾ ਦੇਖਣ ਜੀ। ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਦੋ ਤਰ੍ਹਾਂ ਦੀਆਂ ਵੰਨਗੀਆਂ ਬਣਦੀਆਂ ਨੇ, ਇੱਕ ਜਿਹੜੇ ਅੱਗ ਲੱਗਣ ਦੀ ਘਟਨਾ ਕਾਰਨ ਨੁਕਸਾਨੇ ਗਏ ਸਰੂਪ ਨੇ ਉਹ ਵੱਖਰੀ ਜਾਂਚ ਦਾ ਵਿਸ਼ਾ ਨੇ, ਵੱਖਰਾ ਮਾਮਲਾ ਹੈ, ਤੇ ਜਿਹੜੇ
ਸਰੂਪ ਮਿਸਿੰਗ ਨੇ ਉਹ ਵੱਖਰਾ ਮਾਮਲਾ ਹੈ। ਫਿਰ ਉਹਨਾਂ ਨੇ ਐਗਜ਼ਾਮਪਲ ਦਿੱਤੀ ਕਿ ਸ਼੍ਰੋਮਣੀ ਕਮੇਟੀ, ਕਿਉਂਕਿ ਦੇਖੋ ਇੱਕ ਉੱਥੇ ਵਿਧਾਨ ਬਣਿਆ ਹੋਇਆ ਹੈ ਕਿ ਜਦੋਂ ਵੀ ਉੱਥੋਂ ਜਿੱਥੇ ਗੁਰੂ ਰਾਮਸਰ ਸਾਹਿਬ ਵਿਖੇ ਜਿਹੜੀ ਪਬਲੀਕੇਸ਼ਨ ਵਿਭਾਗ ਹੈ, ਜਿੱਥੇ ਛਪਾਈ ਹੁੰਦੀ ਹੈ ਮਹਾਰਾਜ ਸਾਹਿਬ ਦੇ ਸਰੂਪਾਂ ਦੀ, ਉੱਥੇ ਬਕਾਇਦਾ ਇੱਕ ਪ੍ਰਕਿਰਿਆ ਬਣੀ ਹੋਈ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਪਹਿਲਾਂ ਅਪਲਾਈ ਕਰਨਾ ਪੈਂਦਾ ਹੈ ਕਿ ਸਾਨੂੰ ਸਰੂਪ ਚਾਹੀਦਾ ਹੈ। ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਟੀਮ ਜਿਹੜੀ ਪਾਠੀ ਸਿੰਘਾਂ ਦੀ ਉਸ ਥਾਂ ਤੇ ਜਾਂਦੀ ਹੈ ਜਿਨ੍ਹਾਂ ਨੇ ਸਰੂਪ ਮੰਗਿਆ ਹੁੰਦਾ, ਉੱਥੇ ਉਹ ਮਰਿਆਦਾ ਦੇਖ ਕੇ ਆਉਂਦੇ ਨੇ। ਫਿਰ ਇੱਕ ਹੋਰ ਇਸ 'ਚ ਇੱਕ ਪ੍ਰਕਿਰਿਆ 'ਚ ਲਾਜ਼ਮੀ ਵਿਧਾਨ ਹੈ ਕਿ ਜੋ ਜੇਕਰ ਪੰਜਾਬ 'ਚ ਜਾ ਰਿਹਾ ਤਾਂ ਸਥਾਨਕ ਜੋ ਸ਼੍ਰੋਮਣੀ ਕਮੇਟੀ ਮੈਂਬਰ ਹੈ ਉਹ ਉਹਦੀ ਜਿਹੜੀ ਰਿਕਮੈਂਡੇਸ਼ਨ ਕਰਦਾ ਹੈ, ਉਹਦੀ ਰਿਕਮੈਂਡੇਸ਼ਨ ਮੁਤਾਬਕ ਜਿਹੜੀ ਅੱਗੇ ਮੰਨਿਆ ਜਾਂਦਾ ਹੈ। ਉਹ ਦੱਸ ਰਹੇ ਭੌਰ ਸਾਹਿਬ ਨੇ ਦੱਸਿਆ ਹੈ ਕਿ 2015 ਕੇ 16 ਦੇ ਵਿੱਚ ਜ਼ਿਲ੍ਹਾ ਨਵਾਂ ਸ਼ਹਿਰ ਦੇ ਅੰਦਰ ਇੱਕ ਡੇਰਾ ਹੈ, ਧਾਰਮਿਕ ਸਥਾਨ ਹੈ, ਉੱਥੇ 40 ਸਰੂਪ ਉਹਨਾਂ ਵੱਲੋਂ ਮੰਗੇ ਗਏ। ਅੱਛਾ ਜੀ। 40 ਸਰੂਪ ਮੰਗੇ ਗਏ ਤਾਂ ਉਸੇ ਵਿਧੀ ਵਿਧਾਨ ਮੁਤਾਬਕ ਪਹਿਲਾਂ ਪਾਠੀ ਸਿੰਘਾਂ ਦੀ ਟੀਮ ਗਈ, ਉਹਨਾਂ ਨੇ ਆ ਕੇ ਦੱਸਤਾ ਜੀ ਇੱਥੇ ਮਰਿਆਦਾ ਨਹੀਂ ਹੈਗੀ। ਫਿਰ ਸੁਖਦੇਵ ਸਿੰਘ ਭੌਰ ਕਿਉਂਕਿ ਉੱਥੋਂ ਦੇ ਸ਼੍ਰੋਮਣੀ ਕਮੇਟੀ ਮੈਂਬਰ ਨੇ, ਤਾਂ ਉਹਨਾਂ ਨੇ ਕਿਹਾ ਵੀ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਵੀ ਉੱਥੇ ਮਰਿਆਦਾ ਨਹੀਂ ਹੈਗੀ। ਮੈਂ ਤਾਂ ਉਹ ਸਥਾਨ ਵਾਲਿਆਂ ਨੂੰ ਵੀ ਕਈ ਵਾਰ ਕਹਿ ਚੁੱਕਾ ਕਿ ਤੁਸੀਂ ਲਗਾਤਾਰ ਲੜੀਵਾਰ ਅਖੰਡ ਪਾਠ ਸਾਹਿਬ ਦੇ ਭੋਗ ਜਿਹੜੇ ਪਾਠਾਂ ਦੀ ਲੜੀ ਚਲਾਉਂਦੇ ਹੋ, ਪਰ ਤੁਸੀਂ ਮਰਿਆਦਾ ਨਹੀਂ ਮੰਨ ਰਹੇ ਹੈਗੇ। ਮਰਿਆਦਾ ਜ਼ਰੂਰੀ ਹੈ। ਕਹਿੰਦੇ ਵੀ ਮੈਂ ਵੀ ਜਿਹੜਾ ਹੈਗਾ ਉਸ ਦੇ ਉੱਤੇ ਨਾ ਕਰ ਦਿੱਤੀ ਕਿ ਇਹ ਮਰਿਆਦਾ ਦੀ ਕਮੀ ਹੈ, ਇੱਥੇ ਨਹੀਂ ਦਿੱਤੇ ਜਾਣੇ ਚਾਹੀਦੇ। ਤਾਂ ਉਹਨਾਂ ਨੇ ਆਪਣਾ ਰਸੂਖ ਵਰਤਦੇ ਹੋਏ, ਉਹਨਾਂ ਦਿਨਾਂ 'ਚ ਪ੍ਰਧਾਨ ਸੀਗੇ ਮਰਹੂਮ ਅਵਤਾਰ ਸਿੰਘ ਮੱਕੜ, ਉਹਨਾਂ ਕੋਲ ਪਹੁੰਚ ਕਰ ਲਈ ਤੇ ਉਹਨਾਂ ਕੋਲ ਪਹੁੰਚ ਕਰਕੇ ਮੱਕੜ ਸਾਹਿਬ ਨੇ ਜਿਹੜਾ ਸਿਫਾਰਿਸ਼ ਨਾਲ ਉਹਨਾਂ ਨੂੰ 40 ਸਰੂਪ ਭੇਜ ਦਿੱਤੇ। ਉਹਨਾਂ ਦਾ ਹੁਣ ਕਿੱਥੇ ਇੰਦਰਾਜ ਹੈ, ਕਿੱਥੇ ਜਮਾ ਖਰਚ ਪਾਇਆ ਗਿਆ ਹੈ, ਕਿੱਥੇ ਭੇਟਾ ਪਾਈ ਗਈ ਹੈ, ਕੋਈ ਉੱਥੇ ਰਿਕਾਰਡ ਨਹੀਂ ਜੀ। ਤੋਂ ਜਿਸ ਤੋਂ ਪਤਾ ਲੱਗਦਾ ਹੈ ਕਿ ਜਿਹੜੇ 267 ਸਰੂਪਾਂ ਦੀ ਮਿਸਿੰਗ ਦੀ ਗੱਲ ਹੋ ਰਹੀ ਹੈ, ਉਹਦੇ ਵਿੱਚ ਕਿਉਂ ਉਹਨਾਂ ਦਿਨਾਂ ਦੇ ਵਿੱਚ ਹੀ ਬਰਗਾੜੀ ਦੀ ਘਟਨਾ ਵਾਪਰੀ ਸੀ, ਬੇਅਦਬੀ ਦੀ, ਹੋਰ ਥਾਵਾਂ ਤੇ ਘਟਨਾਵਾਂ ਵਾਪਰੀਆਂ ਸੀ। ਤੁਹਾਨੂੰ ਯਾਦ ਹੋਏਗਾ ਕਿ ਉਚੇਚੇ ਤੌਰ ਦੇ ਉੱਤੇ ਐਲਾਨਨਾਮਾ ਕੀਤਾ ਗਿਆ ਸੀ ਕਿ ਵਿਆਹ ਸ਼ਾਦੀਆਂ ਦੇ ਵਿੱਚ ਤਾਂ ਪਹਿਲਾਂ ਹੀ ਨਹੀਂ ਮਨਾਹੀ ਸੀਗੀ ਮਹਾਰਾਜ ਸਾਹਿਬ ਦੇ ਸਰੂਪ ਲੈ ਕੇ ਜਾਣ ਦੀ ਬਾਹਰ ਮੈਰਿਜ ਪੈਲਸਾਂ 'ਚ, ਤੇ ਨਿੱਜੀ ਘਰਾਂ 'ਚ ਵੀ ਜਿੱਥੇ ਪ੍ਰਕਾਸ਼ ਸੀਗਾ ਉੱਥੇ ਵੀ ਸਲਾਹ ਦਿੱਤੀ ਗਈ ਸੀ ਕਿ ਜਿੱਥੇ ਸੁਰੱਖਿਆ ਇੰਤਜ਼ਾਮ ਨਹੀਂ ਹੈਗੇ, ਜਿੱਥੇ ਨਿਗਰਾਨੀ ਦੇ ਸੁਪਰਵਿਜ਼ਨ ਦੇ ਇੰਤਜ਼ਾਮ ਨਹੀਂ ਹੈਗੇ, ਉੱਥੋਂ ਮਹਾਰਾਜ ਸਾਹਿਬ ਦੇ ਸਰੂਪ ਜਿਹੜੇ ਨੇ ਉਹ ਨੇੜੇ ਦੇ ਗੁਰਦੁਆਰਿਆਂ ਦੇ ਵਿੱਚ ਜਾਂ ਹੋਰ ਥਾਵਾਂ ਦੇ ਉੱਤੇ ਸੁਰੱਖਿਅਤ ਪਹੁੰਚਾ ਦਿੱਤੇ ਜਾਣ। ਉਹਨਾਂ ਦਿਨਾਂ ਦੇ ਵਿੱਚ ਡੇਰਾ ਪ੍ਰੇਮੀਆਂ ਤੇ ਬੜੀ ਤਿੱਖੀ ਜਿਹੜੀ ਨਜ਼ਰ ਰੱਖੀ ਜਾ ਰਹੀ ਸੀ ਤੇ ਇਹਨਾਂ ਦੇ ਉੱਤੇ ਸਿੱਧੀ ਉਂਗਲ ਉੱਠਦੀ ਆਈ ਹੈ ਤੇ ਉਦੋਂ ਵੀ ਉੱਠਦੀ ਰਹੀ ਹੈ ਕਿ ਇਹਨਾਂ ਦਾ ਹੱਥ ਹੈ ਬੇਅਦਬੀ ਦੇ ਪਿੱਛੇ, ਜੋ ਕਿ ਹੁਣ ਵੀ ਜਾਂਚ ਦਾ ਵਿਸ਼ਾ ਹੈ ਵੱਡੇ ਤੌਰ ਤੇ ਸਿੱਟ ਦੇ ਵਿੱਚ। ਤਾਂ ਉਹਨਾਂ ਦਿਨਾਂ 'ਚ ਮਾਲਵੇ ਦੇ ਵਿੱਚ ਮੰਨਿਆ ਜਾ ਰਿਹਾ ਹੈ, ਮੈਨੂੰ ਇੱਕ ਸੂਤਰ ਨੇ ਗੱਲ ਦੱਸੀ ਹੈ ਕਿ ਬਹੁਤ ਸਾਰੇ ਡੇਰਾ ਪ੍ਰੇਮੀ ਜਿਹੜੇ ਸਿੱਖ ਵੀ ਸੀਗੇ, ਮਤਲਬ ਕਿ ਸਿੱਖ ਪਰਿਵਾਰਾਂ 'ਚੋਂ ਸੀ, ਉਹਨਾਂ ਨੂੰ ਸਿਆਸੀ ਆਪਣਾ ਜਿਹੜਾ ਹੈਗਾ ਮੰਤਵ ਪੂਰੇ ਕਰਨ ਵਾਸਤੇ, ਆਪਣੀਆਂ ਵੋਟਾਂ ਪੱਕੀਆਂ ਰੱਖਣ ਵਾਸਤੇ, ਉਹਨਾਂ ਨੂੰ ਉਹਨਾਂ ਦੇ ਕਾਰਜ ਵਿਹਾਰਾਂ ਵਾਸਤੇ, ਉਹਨਾਂ ਦੇ ਜੰਮਣ ਮਰਨ ਸੋਗ ਮਰਗਤ ਦੇ ਵਿੱਚ ਸਰੂਪ ਦਿੱਤੇ ਜਾਂਦੇ ਰਹੇ ਨੇ। ਹਾਂਜੀ, ਇਹ ਕੋਈ ਦਾਵਾ ਨਹੀਂ ਹੈ, ਸੂਤਰਾਂ ਦੇ ਹਵਾਲੇ ਨਾਲ ਆਪਾਂ ਕਹਿ ਰਹੇ ਹਾਂ ਗੱਲ, ਇਹ ਗੱਲ ਸੁਣਾਈ ਹੈ। ਪਰ ਇਹ ਵੀ ਇੱਕ ਗੱਲ ਆਈ ਹੈ ਸਾਹਮਣੇ ਕਿ ਜਿਹੜੇ 267 ਸਰੂਪ ਥੋੜੇ ਨਹੀਂ ਹੁੰਦੇ, ਉਹ ਮਿਸਿੰਗ ਨੇ। ਤਾਂ ਉਹਦੇ ਪਿੱਛੇ ਇਹ ਜਿਹੜਾ ਰਾਜਨੀਤਿਕ ਰੌਲ ਘਚੋਲਾ ਰਿਹਾ ਹੈ 2015, 16, 17 ਦੇ ਵਿੱਚ, ਉਹਦੇ ਵਿੱਚ ਜਿਹੜੀ ਹੈਗੀ ਆ ਬਹੁਤ ਸਾਰੀਆਂ ਐਸੀਆਂ ਗੱਲਾਂ ਹੋਈਆਂ ਨੇ ਕਿ ਮਹਾਰਾਜਾ ਸਾਹਿਬ ਦੇ ਸਰੂਪ ਜਿਹੜੇ ਨੇ ਉਹ ਬਗੈਰ ਲਿਖਤ ਪੜ੍ਹਤ, ਬਗੈਰ ਕੱਚੀ ਪੈਨਸਲ ਨਾਲ ਵੀ ਲਿਖਣ ਦੀਆਂ ਗੱਲਾਂ ਆਈਆਂ ਨੇ। ਮੇਰੇ ਭਾਈ ਕਮਲਜੀਤ ਸਿੰਘ ਜਿਹੜੇ ਸੇਵਾ ਮੁਕਤ ਸਹਾਇਕ ਸੁਪਰਵਾਈਜ਼ਰ ਜਿਹੜੇ ਗੁਰਦੁਆਰਾ ਰਾਮਸਰ ਸਾਹਿਬ ਤੋਂ ਪਬਲੀਕੇਸ਼ਨ ਵਿਭਾਗ ਸ਼੍ਰੋਮਣੀ ਕਮੇਟੀ ਤੋਂ ਹੋਏ ਨੇ, ਜਿਨ੍ਹਾਂ ਨੇ ਹੁਣ ਜਿਹੜਾ ਇਹ ਖੁਲਾਸਾ ਕੀਤਾ ਹੈ, ਉਹਨਾਂ ਨੇ ਵੀ ਗੱਲ ਕਹੀ ਹੈ ਕਿ ਸਾਨੂੰ ਕਹਿ ਦਿੱਤਾ ਜਾਂਦਾ ਸੀ ਕੋਈ ਨਹੀਂ ਬਾਅਦ ਚੜਾ ਲਾਂਗੇ, ਪੈਨਸਲ ਨਾਲ ਲਿਖ ਲਓ ਜੀ, ਸਰੂਪ ਭੇਜਿਆ ਗਿਆ ਕਿਤੇ। ਤੇ ਦੂਜੀ ਗੱਲ ਉਹਨਾਂ ਨੇ ਇਹ ਕਹੀ ਹੈ ਕਿ ਅਕਸਰ ਜਿਹੜਾ ਸੀ ਕਿ ਉੱਤੋਂ ਆ ਜਾਂਦਾ ਸੀ ਕਿ ਸਰੂਪ ਭੇਜਣੇ ਨੇ। ਸੋ ਤੀਜੀ ਗੱਲ ਉਹਨਾਂ ਨੇ ਇਹ ਕਹੀ ਹੈ, ਉੱਪਰੋਂ ਵਾਲੀ ਗੱਲ ਨਹੀਂ ਸਮਝ ਆਉਂਦੀ ਵੀ ਉੱਪਰੋਂ ਕੌਣ ਕਹਿੰਦਾ ਸੀ ਕੀ ਖਾਣੇ, ਦੱਸੋ। ਉੱਪਰੋਂ ਤਾਂ ਹੁਣ ਤੁਸੀਂ ਪੰਜਾਬ ਦੇ ਜ਼ਿਲ੍ਹੇ ਉੱਪਰ ਥੱਲੇ ਕਰਕੇ ਦੇਖ ਲਓ ਸਿਆਸੀ ਤੌਰ ਤੇ ਕਿਹੜਾ ਜ਼ਿਲ੍ਹਾ ਉੱਪਰ ਹੈ, ਉਹ ਜ਼ਿਲ੍ਹੇ 'ਚ ਕੌਣ ਕੀ ਹੈ। ਜੀ ਜੀ ਜੀ। ਸੋ ਦੂਜੀ ਉਹਨਾਂ ਨੇ ਵੱਡਾ ਇਸ਼ਾਰਾ ਜੋ ਉਹਨਾਂ ਨੇ ਗੱਲ ਕਹੀ ਹੈ, ਜਿਹੜੀ ਜਸਟਿਸ ਅਜੀਤ ਸਿੰਘ ਬੈਂਸ ਦੀ ਜਿਹੜੀ ਜਥੇਬੰਦੀ ਆ ਮਨੁੱਖੀ ਅਧਿਕਾਰ ਸੰਗਠਨ, ਜਿਹੜਾ ਉਹਨਾਂ ਨੇ ਚੀਫ ਸੈਕਟਰੀ ਨੂੰ ਪੱਤਰ ਲਿਖਿਆ, ਉਹਦੇ ਵਿੱਚ ਉਹਨਾਂ ਨੇ ਸਪਸ਼ਟ ਤੌਰ ਦੇ ਉੱਤੇ ਲਿਖਿਆ ਹੋਇਆ ਹੈ ਕਿ ਜਿਹੜਾ ਕਮਲਜੀਤ ਸਿੰਘ ਸਹਾਇਕ ਸੁਪਰਵਾਈਜ਼ਰ ਹੈ, ਜਦੋਂ ਅੱਗ ਲੱਗਣ ਦੀ ਘਟਨਾ ਵਾਪਰੀ ਹੈ ਤਾਂ ਉਸ ਬੰਦੇ ਦੀ ਉੱਥੇ ਡਿਊਟੀ ਸੀਗੀ ਪਬਲੀਕੇਸ਼ਨ ਵਿਭਾਗ ਦੇ ਵਿੱਚ। ਤਾਂ ਉਸ ਦੇ ਖਾਤੇ ਜਿਹੜੇ 267 ਸਰੂਪ ਖੜੇ ਕਰਕੇ ਇਹ ਕਿਹਾ ਜਾ ਰਿਹਾ ਕਿ ਤੂੰ ਹੁਣ ਰਿਟਾਇਰ ਹੋ ਗਿਆ, ਤੇਰੇ ਉਹਦੇ ਜਿਹੜੇ ਸੇਵਾ ਬੈਨੀਫਿਟ ਸੀਗੇ, ਸੇਵਾ ਮੁਕਤੀ ਦੇ ਰਿਟਾਇਰਮੈਂਟ ਬੈਨੀਫਿਟ ਸੀ, ਉਹ ਰੋਕ ਕੇ ਕਿਹਾ ਜਾ ਰਿਹਾ। ਉਹਦਾ ਇਹ ਦਾਵਾ ਹੈ, ਆਪਣੇ ਮੂੰਹ ਤੋਂ ਉਹਨੇ ਮੇਰੇ ਕੋਲ ਰਿਕਾਰਡਿੰਗ 'ਚ ਕਿਹਾ, ਮੇਰੇ ਕੋਲ ਰਿਕਾਰਡਿੰਗ ਹੈ, ਟੀਵੀ ਇੰਟਰਵਿਊ 'ਚ ਮੈਂ ਔਨ ਰਿਕਾਰਡ ਤੇ ਲਿਆ ਉਸਨੂੰ, ਕਿ ਉਹਨੂੰ ਅੰਦਰ ਖਾਤੇ ਕਹਿਣ ਪਲੋਸਣ ਦੀ ਕੋਸ਼ਿਸ਼ ਕੀਤੀ ਗਈ ਹੈ ਵੀ ਤੂੰ ਆਪਣੇ ਰਿਟਾਇਰਮੈਂਟ ਬੈਨੀਫਿਟ 'ਚੋਂ 1 ਨੰਬਰ 'ਚ ਪੈਸੇ ਘਟਾ ਦੇ, ਉਹ ਜਮਾ ਖਰਚ ਪੈ ਜਾਣਗੇ ਉੱਥੇ, ਤੈਨੂੰ 2 ਨੰਬਰ 'ਚ ਦੇ ਦਾਂਗੇ, ਤੈਨੂੰ ਓਦਾਂ ਕੱਚੇ 'ਚ ਫੜਾ ਦਿੰਦੇ ਆ। ਇਹਨਾਂ ਕੋਲੇ ਬਹੁਤ ਕੁਛ ਹੈ ਨਾ ਕੱਚੇ ਹੀ ਦੇਣ ਨੂੰ, ਨਾ ਦੇਣਗੇ 1 ਗੋਲ, ਕਿੱਡੀ ਗੱਲ ਹੈ।
ਸੋ ਇਹ ਚੀਜ਼ਾਂ ਜਿਹੜੀਆਂ ਬੜੀਆਂ ਸ਼ੱਕੀ ਜਿਹੜੀਆਂ ਹੋ ਰਹੀਆਂ ਨੇ। ਦੇਖੋ, ਇਹਦਾ ਇੱਕ ਵੱਡਾ ਕਾਰਨ ਇਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਾ ਹੋਣ ਸਕਣ, ਨਾ ਹੋਣੀਆਂ। ਬਿਲਕੁਲ 2 ਦਹਾਕੇ ਹੋ ਗਏ, ਦੱਸੋ ਕਿੱਥੇ ਦੀ ਕਿੱਥੇ ਜਾ ਰਹੀ ਹੈ ਗੱਲ। ਫਿਰ ਸੰਵਿਧਾਨ ਦੀਆਂ ਗੱਲਾਂ ਕਰਦੇ ਹੋ, ਫਿਰ ਇਹ ਕਰਦੇ ਹੋ, ਫਲਾਣਾ ਕਰਦੇ ਹੋ, ਢਮਕਾਣਾ ਕਰਦੇ ਹੋ। ਕਾਂਗਰਸ ਦੀਆਂ ਸਰਕਾਰਾਂ ਵੀ ਰਹਿ ਲਈਆਂ ਇੱਥੇ, ਸਾਰਾ ਕੁਝ ਸਾਹਮਣੇ ਆ। ਜੇਕਰ ਸਮੇਂ ਸਿਰ ਚੋਣਾਂ ਹੁੰਦੀਆਂ ਰਹਿਣ, ਅਦਲਾ ਬਦਲੀ ਹੁੰਦੀ ਰਹੇ, ਆਪੇ ਦਿਮਾਗ ਟਿਕਾਣੇ ਰਹੇ। ਬਿਲਕੁਲ ਜੀ, ਬਿਲਕੁਲ। ਧੰਨਵਾਦ ਜੀ ਨੀਲ ਜੀ ਤੁਹਾਡਾ, ਸ਼ੁਕਰੀਆ ਜੀ, ਮਿਹਰਬਾਨੀ। ਤੇ ਸਰੋਤਿਓ, ਜਿਵੇਂ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀਗਾ ਕਿ ਰੇਡੀਓ ਪੰਜਾਬ ਟੂਡੇ ਵੱਲੋਂ ਇੱਕ ਉਪਰਾਲਾ ਕੀਤਾ ਕਿ ਤੁਹਾਨੂੰ ਕੋਈ ਨਾ ਕੋਈ ਕਹਾਣੀ ਜਿਹੜੀ ਹੈ ਰਿਕਾਰਡਡ ਸੁਣਾਵਾਂਗੇ। ਕੋਈ ਛੋਟੀਆਂ ਮਿੰਨੀ ਕਹਾਣੀਆਂ 2-4 ਮਿੰਟ ਦੀਆਂ ਹੁੰਦੀਆਂ ਨੇ ਕਈ, ਉਹ ਜ਼ਰੂਰ ਮੈਂ ਸੋਚਿਆ ਕਿ ਕਿਉਂ ਨਾ ਰੇਡੀਓ ਆਪਣੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਜਿਹੜਾ ਸੁਣਾ ਦਿੱਤੀ ਜਾਵੇ। ਇਹ ਸਾਡਾ ਉਪਰਾਲਾ ਤੁਹਾਨੂੰ ਕਿਸ ਤਰ੍ਹਾਂ ਲੱਗਿਆ, ਇਹ ਸਾਨੂੰ ਜ਼ਰੂਰ ਦੱਸਣਾ। ਮੈਂ ਗੁਰਜੀਤ ਅੱਜ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਗੁਰਵਿੰਦਰ ਕੌਰ ਦੀ ਕਲਮ ਤੋਂ ਕਹਾਣੀ ਰਿਸ਼ਤਿਆਂ ਦਾ ਭਰਮ। ਨਾ ਮਾਂ, ਮੇਰੀ ਕੋਈ ਗਲਤੀ ਨਹੀਂ, ਮੈਂ ਸੱਚ ਬੋਲ ਰਹੀ ਹਾਂ। ਉਹਦੇ ਹੰਝੂ ਗਿਰਦੇ ਗਏ ਤੇ ਇੱਕ ਪਲ ਨੇ ਉਸ ਨੂੰ ਤੇ ਉਸਦੇ ਜੀਵਨ ਨੂੰ ਬਦਲ ਕੇ ਰੱਖ ਦਿੱਤਾ। ਸੱਚੀ ਕਿਤੇ ਪੜੀ ਹੋਈ ਲਾਈਨ ਯਾਦ ਆ ਗਈ ਕਿ ਤੂਫਾਨ ਇੱਕ ਲੱਖ ਆਉਂਦੇ ਨੇ ਪਰ ਰਿਸ਼ਤੇ ਬਣਨ ਨੂੰ ਟਾਈਮ ਲੱਗਦਾ ਹੈ। ਸਧਾਰਨ ਨੈਣ ਨਕਸ਼ਾਂ ਵਾਲੀ ਦੀਪ, ਜਿਸਨੇ ਆਪਣਾ ਉਹ ਟਾਈਮ ਜਦੋਂ ਕੁੜੀਆਂ ਸੱਜਦੀਆਂ ਸਵਰਦੀਆਂ ਨੇ ਪਰਿਵਾਰ ਪਾਲਣ 'ਚ ਬਿਤਾ ਰਹੀ ਸੀ। ਬਾਪ ਦੀ ਆਮਦਨ ਦਾ ਕੋਈ ਹਿਸਾਬ ਕਿਤਾਬ ਨਹੀਂ ਸੀ, ਸੋ ਜਿੰਨਾ ਹੁੰਦਾ ਦੀਪ ਦੇ ਸਿਰ ਤੇ ਹੀ ਘਰ ਚੱਲਦਾ। ਪਰ ਉਹਨੂੰ ਉਹਦੀ ਬਣਦੀ ਜਗ੍ਹਾ ਕਦੇ ਨਾ ਮਿਲੀ। ਪਰਿਵਾਰ ਐਂ ਜਤਾਉਂਦਾ ਜਿਵੇਂ ਨੌਕਰੀ ਕਰਨ ਦਾ ਹੱਕ ਦੇ ਕੇ ਦੀਪ ਤੇ ਕੋਈ ਅਹਿਸਾਨ ਕੀਤਾ ਗਿਆ ਹੋਵੇ। ਨਾ ਦਿਨ ਦੀ ਵੇਲ, ਨਾ ਰਾਤ ਦੀ। ਉਹਨੂੰ ਕੋਈ ਪੁਚਕਾਰ ਕੇ ਐਂ ਵੀ ਨਾ ਕਹਿੰਦਾ ਕਿ ਥੱਕ ਗਈ ਹੋਏਗੀ। ਨਾਲ ਦੀਆਂ ਕੁੜੀਆਂ ਕਿੰਨੀਆਂ ਗੱਲਾਂ ਕਰਦੀਆਂ। ਪਾਪਾ ਕਹਿੰਦੇ ਆ ਇਹ ਸੂਟ ਨਹੀਂ ਜੱਚਦਾ ਮੇਰੇ ਤੇ, ਮੈਂ ਹੋਰ ਲੈਣਾ। ਕੀ ਮਾਂ-ਬਾਪ ਦਾ ਐਸਾ ਰੂਪ ਵੀ ਹੁੰਦਾ? ਉਹਦੇ ਬਾਪ ਨੇ ਉਹਦੇ ਪੈਰਾਂ ਵੱਲ ਨਾ ਦੇਖਿਆ ਕਿ ਸਰਦ ਰੁੱਤ 'ਚ ਉਹਨੂੰ ਠੰਡ ਵੀ ਲੱਗਦੀ ਹੋਊ। ਖੈਰ, ਜ਼ਿੰਦਗੀ ਕਿਵੇਂ ਵੀ ਨਿਕਲ ਹੀ ਜਾਂਦੀ ਹੈ। ਸ਼ਿਵਮ ਨਾਮ ਸੀ ਉਸ ਮੁੰਡੇ ਦਾ ਜੋ ਉਹਨੂੰ ਉਸ ਦਿਨ ਘਰ ਛੱਡਣ ਆਇਆ ਸੀ। ਸਰਦ ਰੁੱਤ ਦੀ ਬਾਰਿਸ਼ 'ਚ ਦੀਪ ਨੂੰ ਕੋਈ ਬੱਸ ਨਾ ਮਿਲੀ ਤੇ ਸ਼ਿਵਮ, ਜੋ ਕਿ ਲਾਗੇ ਪਿੰਡ ਦਾ ਮੁੰਡਾ ਸੀ ਤੇ ਉਹਦੀ ਸਹੇਲੀ ਦਾ ਭਰਾ, ਚੱਲ ਭੈਣ ਮੈਂ ਛੱਡ ਦਿੰਨਾ ਘਰ। ਨਾ ਵੀਰ, ਚਲੀ ਜਾਊਂ ਮੈਂ। ਪਰ ਹਨੇਰਾ ਹੁੰਦਾ ਦੇਖ ਦੀਪ ਬੈਠ ਤਾਂ ਗਈ, ਪਰ ਬੁਰੇ ਵਕਤ ਦਾ ਸਾਇਆ ਵੀ ਨਾਲ ਹੀ ਬੈਠ ਗਿਆ। ਸ਼ਿਵਮ ਨੇ ਘਰ ਤੋਂ ਥੋੜੀ ਦੂਰ ਹੀ ਉਤਾਰ ਦਿੱਤਾ। ਦੀਪ ਨਹੀਂ ਸੀ ਚਾਹੁੰਦੀ ਕਿ ਕੋਈ ਰੌਲਾ ਬਣੇ ਘਰ 'ਚ, ਪਰ ਚੀਰਵੀਂ ਨਜ਼ਰ ਨੇ ਕਿਧਰੇ ਦੇਖ ਹੀ ਲਿਆ। ਹਲੇ ਘਰ ਪੈਰ ਹੀ ਪਾਇਆ ਸੀ ਕਿ ਕੌਣ ਸੀ ਉਹ ਮੁੰਡਾ? ਬਾਪ ਦੀ ਘੂਰਦੀ ਨਜ਼ਰ ਨੇ ਸਾਹ ਨੱਪ ਲਿਆ। ਮੇਰੀ ਸਹੇਲੀ ਦਾ ਭਾਈ ਸੀ ਬਾਪੂ, ਬੱਸ ਨਹੀਂ ਸੀ ਆਈ ਤਾਂ ਕਰਕੇ। ਹਾਲੇ ਗੱਲ ਮੂੰਹ 'ਚ ਹੀ ਸੀ ਕਿ ਤਾੜ ਕਰਦੀ ਥੱਪੜ ਦੀ ਆਵਾਜ਼ ਦੀਪ ਦਾ ਸੀਨਾ ਚੀਰ ਗਈ। ਨਾ ਹੁਣ ਤੂੰ ਮੁੰਡਿਆਂ ਨਾਲ ਘਰ ਆਏਂਗੀ? ਸ਼ਰਮ ਘੋਲ ਕੇ ਪੀ ਗਈ, ਤੈਨੂੰ ਜੰਮਦੇ ਹੀ ਮਾਰ ਦਿੰਦੇ। ਇਹ ਲਾਈਨ ਤਾਂ ਪਹਿਲਾਂ ਵੀ ਬਹੁਤ ਵਾਰ ਸੁਣੀ ਸੀ, ਪਰ ਅੱਜ ਉਸਦਾ ਮਨ ਕੀਤਾ ਕਿ ਮਾਰਿਆ ਕਿਉਂ ਨਹੀਂ। ਮਾਰ ਦਿੰਦੇ, ਨਰਕ ਤੋਂ ਛੁਟਕਾਰਾ ਮਿਲਦਾ। ਦੀਪ ਦਾ ਚਚੇਰਾ ਭਰਾ ਕੁੜੀ ਭਜਾ ਕੇ ਲਿਆਇਆ ਤੇ ਖੁਸ਼ ਹੋਏ ਸਭ ਕਿ ਇਸ ਨਸ਼ੇੜੀ ਦਾ ਘਰ ਵਸ ਗਿਆ। ਪਰ ਸਹੀ ਲਫ਼ਜ਼ਾਂ 'ਚ ਤਾਂ ਉਸ ਮੁੰਡੇ ਨੇ ਆਪਣੇ ਨਾਲ-ਨਾਲ ਇੱਕ ਕੁੜੀ ਤੇ ਆਉਣ ਵਾਲੀ ਨਸਲ ਦੋਹਾਂ ਦੀ ਜ਼ਿੰਦਗੀ ਬਰਬਾਦ ਕੀਤੀ ਸੀ। ਪਰ ਜਿਨ੍ਹਾਂ ਦੀ ਧੀ ਸੀ ਉਹ, ਉਹਨਾਂ ਦੇ ਉਜੜੇ ਘਰ ਦਾ ਕੀ? ਆਪਣਾ ਪੁੱਤ ਕੁਝ ਕਰੇ ਤਾਂ ਸਹੀ, ਧੀ ਮੁੰਡੇ ਨਾਲ ਤਾਂ ਦਿਖ ਗਈ ਪਰ ਠੰਡ 'ਚ ਭਿੱਜੀ ਕਿਸੇ ਨੂੰ ਨਜ਼ਰ ਨਹੀਂ ਆਈ। ਸੁੰਨੀਆਂ ਅੱਖਾਂ ਨਾਲ ਮਾਂ ਦੀ ਬਥੇਰੀ ਮਿਹਨਤ ਕੀਤੀ ਪਰ ਕੋਈ ਅਸਰ ਨਾ ਹੋਇਆ। ਰਿਸ਼ਤਿਆਂ ਦੇ ਭਰਮ ਟੁੱਟ ਚੁੱਕੇ ਸੀ। ਕੁਝ ਲਾਸ਼ਾਂ 'ਚੋਂ ਬਦਬੂ ਨਹੀਂ ਆਉਂਦੀ ਹੁੰਦੀ, ਉਹਨਾਂ ਦੇ ਸਾਹ ਚੱਲਦੇ ਹੁੰਦੇ ਆ ਪਰ ਅੰਦਰ ਮਰ ਚੁੱਕਿਆ ਹੁੰਦਾ ਹੈ। ਇਹ ਉਹ ਲੋਕ ਹੁੰਦੇ ਨੇ ਜਿਨ੍ਹਾਂ ਨੇ ਰਿਸ਼ਤਿਆਂ ਦੇ ਭਰਮ ਟੁੱਟਦੇ ਦੇਖੇ ਹੋਣ। ਖੂਨ ਦੇ ਰਿਸ਼ਤੇ ਵੀ ਆਪਣੇ ਨਹੀਂ ਹੁੰਦੇ। PGI
ਚੰਡੀਗੜ੍ਹ ਅਤੇ ਮੈਕਸ ਹਸਪਤਾਲ ਬਠਿੰਡਾ ਦੇ ਮਾਨਸਿਕ ਰੋਗਾਂ ਅਤੇ ਨਸ਼ਾ ਛੁਡਾਉਣ ਦੇ ਮਾਹਿਰ ਡਾਕਟਰ ਸਤੀਸ਼ ਥਾਪਰ ਹੁਣ ਆਪਣੇ ਕਲੀਨਿਕ ਵਿੱਚ ਹਰ ਰੋਜ਼ ਸਵੇਰੇ 9 ਵਜੇ ਤੋਂ 12 ਵਜੇ ਤੱਕ ਅਤੇ ਫਿਰ 2 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਸਲਾਹ ਲਈ ਮਿਲਣਗੇ। ਪਤਾ ਨੋਟ ਕਰ ਲਓ, ਡਾਕਟਰ ਸਤੀਸ਼ ਥਾਪਰ, ਇੰਟੀਗ੍ਰੇਟਿਵ ਸਾਈਕੈਟ੍ਰਿਕ ਕੇਅਰ, ਸਾਹਮਣੇ ਗੁਰਦੁਆਰਾ ਸਾਹਿਬ, ਨਾਮਦੇਵ ਰੋਡ, ਬਠਿੰਡਾ। ਸੰਪਰਕ ਨੰਬਰ 9814 32345 ਯਾਨੀ ਕਿ 9814 32345। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop, 5196220660 ਜਾਂ quicktrucklube.com। QTL, because we care. ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ, ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ, 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਬੇਕਰਸਫੀਲਡ ਵਿਖੇ ਯੂਨੀਅਨ ਅਤੇ ਪਲਾਨਸ ਰੋਡ ਦੇ ਕਾਰਨਰ ਤੇ ਖੁੱਲ ਗਿਆ ਹੈ ਨਵਾਂ ਟਰੱਕ ਸਟਾਪ ਯੂਨੀਅਨ ਵਿਲੇਜ, ਜਿੱਥੇ ਮਿਲਦਾ ਹੈ ਵਧੀਆ ਗੈਸ ਅਤੇ ਬਿਨਾ ਬਾਇਓਡੀਜ਼ਲ ਦੇ ਵਧੀਆ ਤੇ ਸਸਤਾ ਡੀਜ਼ਲ। ਹਰ ਤਰ੍ਹਾਂ ਦੀ ਗਰੋਸਰੀ, ਚਾਈਨੀਜ਼ ਅਤੇ ਇੰਡੀਅਨ ਰੈਸਟੋਰੈਂਟ, ਜਿੱਥੇ ਮਿਲੇਗਾ ਵਧੀਆ ਖਾਣਾ। 2 ਪਰੌਂਠੇ ਸਿਰਫ 499 ਚ। ਟਰੱਕ ਡਰਾਈਵਰ ਵੀਰਾਂ ਲਈ ਟੂ ਗੋ ਅਤੇ ਬੈਠ ਕੇ ਖਾਣ ਲਈ ਵਧੀਆ ਜਗ੍ਹਾ। ਨਵੇਂ ਅਤੇ ਪੁਰਾਣੇ ਟਾਇਰਾਂ ਲਈ ਅਤੇ ਟਰੱਕਾਂ ਦੀ ਮਾਈਨਰ ਰਿਪੇਅਰ ਲਈ ਅੱਜ ਹੀ ਕਾਲ ਕਰੋ ਸੁਖੀ ਘੁੰਮਣ 661-885 8858 661 885 8858। ਐਡਰੈਸ 2201 ਸਾਊਥ ਯੂਨੀਅਨ ਐਵੇਨਿਊ, ਬੇਕਰਸਫੀਲਡ, ਕੈਲੀਫੋਰਨੀਆ 93307। ਯੂਨੀਅਨ ਵਿਲੇਜ। JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫ੍ਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਇਸ ਵਕਤ ਰੇਡੀਓ ਪੰਜਾਬ ਟੁਡੇ ਨਾਲ ਜੁੜੇ ਹੋ। ਸੋ ਮੈਂ ਚਾਹਾਂਗਾ ਕਿ ਜੇ ਕੁਝ ਸਾਨੂੰ ਤੁਸੀਂ WhatsApp ਦੇ ਜ਼ਰੀਏ ਫੀਡਬੈਕ ਦੇ ਦਿਓ। ਅਸੀਂ ਸਟੋਰੀ, ਇੱਕ ਕਹਾਣੀ ਤੁਹਾਨੂੰ ਸੁਣਾਈ ਹੈ। ਸੋ ਮੇਰੀ ਕੋਸ਼ਿਸ਼ ਹਮੇਸ਼ਾ ਹੀ ਰਹੇਗੀ ਕਿ ਤੁਹਾਨੂੰ ਹਰ ਰੋਜ਼ ਕੋਈ ਨਾ ਕੋਈ ਕਹਾਣੀ ਜਾਂ ਕੋਈ ਲੇਖ 4-5 ਮਿੰਟ ਦਾ ਜਿਹੜਾ ਸ਼ਮਾਦਾਨ ਦੇ ਵਿੱਚ ਜ਼ਰੂਰ ਸੁਣਾਵਾਂ। ਸੋ ਕਿਉਂਕਿ ਇਹਦੇ ਵਿੱਚ ਇਹ ਵੀ ਹੈ ਕਿ ਨਾਲੇ ਤੁਹਾਨੂੰ ਵੀ ਥੋੜ੍ਹੀ ਜਿਹੀ ਚੇਂਜ ਮਿਲ ਜਾਂਦੀ ਹੈ, ਕਿਉਂਕਿ ਖਬਰਾਂ ਤੋਂ ਇਲਾਵਾ ਵੀ ਕੁਛ ਹੋਰ, ਕੁਛ ਹਲਕਾ ਫੁਲਕਾ ਜਾਂ ਸਾਡੇ ਕਲਚਰ ਨਾਲ ਜੁੜੀਆਂ ਚੀਜ਼ਾਂ, ਕੁਛ ਇਹੀਆਂ ਗੱਲਾਂ ਬਾਤਾਂ ਨੂੰ ਵੀ ਮੈਂ ਇਨਵੋਲਵ ਕਰਨਾ ਚਾਹੁੰਦਾ। ਅਤੇ ਕੋਸ਼ਿਸ਼ ਕਰਾਂਗੇ ਵੀ ਇਸ ਪ੍ਰੋਗਰਾਮ ਦਾ ਦਾਇਰਾ ਵੀ ਹੋਰ ਥੋੜ੍ਹਾ ਜਿਹਾ ਵਧਾਈਏ। ਸੋ ਅੱਜ ਦਾ ਇਹ ਪ੍ਰੋਗਰਾਮ ਜਿਵੇਂ ਤੁਹਾਨੂੰ ਦੱਸਿਆ ਕਿ ਪਿੰਡ ਭੈਣੀ ਵੜਿੰਗਾ, ਜ਼ਿਲ੍ਹਾ ਲੁਧਿਆਣਾ ਤੋਂ ਸਾਡੇ ਸਤਿਕਾਰਤ ਲਿਸਨਰਸ ਵੱਲੋਂ ਤੁਹਾਡੇ ਤੱਕ ਪਹੁੰਚਾਇਆ ਗਿਆ। ਅਤੇ ਇਸ ਦੇ ਨਾਲ ਹੀ ਵਿਸ਼ੇਸ਼ ਧੰਨਵਾਦ ਜਿਹੜਾ ਮੈਂ ਉਹ ਤੁਹਾਡਾ ਕਰਨਾ ਚਾਹਾਂਗਾ ਸੁਖਵਿੰਦਰ ਰੰਧਾਵਾ ਹੋਰਾਂ ਦਾ, ਜਿਹੜੇ ਡੈਲਸ ਟੈਕਸਸ ਤੋਂ ਹੈਗੇ ਨੇ। ਉਹਨਾਂ ਵੱਲੋਂ ਰੇਡੀਓ ਪੰਜਾਬ ਟੁਡੇ ਨੂੰ ਸਹਿਯੋਗ ਕੀਤਾ ਗਿਆ। ਸਰਦਾਰ ਤਰਲੋਚਨ ਸਿੰਘ ਜੀ ਹੋਰੀ ਵਿਨੀਪੈਗ ਤੋਂ, ਉਹਨਾਂ ਦਾ ਵੀ। ਸੋ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਅਤੇ ਜਲੰਧਰ ਚੱਲਦੇ ਹਾਂ, ਜਿੱਥੇ
ਸਾਡੇ ਨਾਲ ਰਜੀਵ ਭਾਸਕਰ ਜੀ ਜੁੜੇ ਨੇ। ਭਾਸਕਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਭਾਸਕਰ ਸਾਹਿਬ, ਪ੍ਰਧਾਨ ਮੰਤਰੀ ਜੀ ਦਾ ਲਦਾਖ ਜਾਣਾ, ਕਿਉਂਕਿ ਅਕਸਰ ਤੁਹਾਨੂੰ ਪਤਾ ਹੈ ਕਿ ਕਈ ਵਾਰੀ ਤੁਸੀਂ ਨੋਟ ਕੀਤਾ ਹੋਣਾ ਕਿ ਇਹ ਦੱਸਦੇ ਨਹੀਂ ਹੁੰਦੇ ਅਤੇ ਪਤਾ ਹੀ ਉਦੋਂ ਚੱਲਦਾ ਜਦੋਂ ਇਹ ਸਾਰਾ ਕੁਛ ਕਰਕੇ ਵੀ ਮੁੜੇ ਆਉਂਦੇ ਹੁੰਦੇ ਆ, ਬਾਅਦ 'ਚ ਉੱਥੋਂ ਦੀਆਂ ਤਸਵੀਰਾਂ ਨਸ਼ਰ ਹੁੰਦੀਆਂ ਅਤੇ ਪੂਰਾ ਸੀਕਰੇਟ ਸਾਰਾ ਮਸਲਾ ਕਰਕੇ ਰੱਖਿਆ ਜਾਂਦਾ ਹੈ। ਜੀ ਜੀ ਬਿਲਕੁਲ, ਉਹਨਾਂ ਦਾ ਜਿਹੜਾ ਲਦਾਖ ਦਾ ਦੌਰਾ ਸੀਗਾ ਜੀ, ਕਿਹਾ ਜਾਂਦਾ ਹੈ ਕਿ ਉਹ ਆਪਣੇ ਆਪ ਵਿੱਚ ਇੰਡੀਕੇਸ਼ਨ ਸੀਗਾ ਕਿ 56 ਇੰਚ ਦੇ ਸੀਨੇ ਵਾਲੇ ਪ੍ਰਧਾਨ ਮੰਤਰੀ ਦੇ ਸਾਹਮਣੇ ਭਾਵੇਂ ਪਾਕਿਸਤਾਨ ਹੋਏ, ਭਾਵੇਂ ਚਾਈਨਾ ਹੋਏ ਜਾਂ ਕੋਈ ਹੋਰ ਮੁਲਕ, ਆਪਾਂ ਕਿਸੇ ਤੋਂ ਡਰਦੇ ਨਹੀਂ। ਮਤਲਬ ਇੱਕ ਕਲੀਅਰ ਕੱਟ ਸਿਗਨਲ ਦੇਣ ਦੀ ਕੋਸ਼ਿਸ਼ ਕੀਤੀ ਸੀ। ਪਰ ਟਾਈਮਿੰਗ ਅਗਰ ਤੁਸੀਂ ਅੱਜ ਦੀ ਦੇਖੋ, 15 ਜੂਨ ਨੂੰ ਇੱਕ ਐਪੀਸੋਡ ਹੋਇਆ ਸੀ ਲਦਾਖ ਦੇ ਵਿੱਚ ਜਿਹਦੇ ਵਿੱਚ ਸਾਡੇ 20 ਸੈਨਿਕ ਮਾਰੇ ਗਏ ਸੀ, ਔਰ ਕਿਹਾ ਜਾਂਦਾ ਹੈ ਕਿ ਚਾਈਨਾ ਦੇ ਅਸੀਂ 43 ਸੈਨਿਕ ਮਾਰਤੇ। ਜੀ ਜੀ। ਉਸ ਤੋਂ 24 ਘੰਟੇ ਬਾਅਦ ਇੱਕ ਮਿਨਿਸਟਰੀ ਆਫ ਡਿਫੈਂਸ ਦਾ ਪ੍ਰੈਸ ਰਿਲੀਜ਼ ਕਹਿ ਲਓ ਜਾਂ ਪ੍ਰੈਸ ਬਰੀਫਿੰਗ ਆਉਂਦੀ ਹੈ ਕਿ ਸਾਡੇ 3 ਸੈਨਿਕ ਇਸ ਝੜਪ ਦੇ ਵਿੱਚ ਮਾਰੇ ਗਏ। ਜੀ। ਉਸ ਤੋਂ ਕੁਝ ਘੰਟਿਆਂ ਤੋਂ ਬਾਅਦ ਖਬਰ ਆਉਂਦੀ ਹੈ ਕਿ 20 ਸੈਨਿਕ ਮਾਰੇ ਗਏ। ਉਸ ਤੋਂ ਕੁਝ ਘੰਟਿਆਂ ਬਾਅਦ ਫਿਰ ਇਹ ਖਬਰ ਆਉਂਦੀ ਹੈ ਕਿ ਅਸੀਂ ਚਾਈਨਾ ਦੇ 43 ਸੈਨਿਕ ਮਾਰਤੇ। ਭਾਵੇਂ ਚਾਈਨਾ ਨੇ ਹਜੇ ਤੱਕ ਉਸ ਗੱਲ ਦੀ ਕੋਈ ਪੁਸ਼ਟੀ ਨਹੀਂ ਕੀਤੀ, ਪਰ ਅਸੀਂ ਕਲੇਮ ਕੀਤਾ ਕਿ ਅਸੀਂ 43 ਸੈਨਿਕ ਮਾਰਤੇ। ਬਾਅਦ ਚੋਂ ਕਿਹਾ ਗਿਆ ਕਿ ਚਾਈਨਾ ਦੇ ਜਿਹੜੇ ਗਵਰਨਮੈਂਟ ਦਾ ਨਿਊਜ਼ਪੇਪਰ ਹੈ ਗਲੋਬਲ ਟਾਈਮਸ, ਉਹਦੇ ਵਿੱਚ ਕੁਝ ਸੈਨਿਕਾਂ ਦੀ ਹਤਾਹਤ ਹੋਣ ਦੀ ਖਬਰ ਨੂੰ ਉਹਨਾਂ ਨੇ ਮੰਨਿਆ। ਜੀ ਜੀ। ਉਸ ਤੋਂ ਬਾਅਦ ਸਾਡੇ ਪ੍ਰਧਾਨ ਮੰਤਰੀ ਇਹ ਗੱਲ ਕਹਿੰਦੇ ਨੇ ਕਿ ਚਾਈਨਾ ਸਾਡੀ ਜ਼ਮੀਨ ਦੇ 1 ਇੰਚ ਵੀ ਅੰਦਰ ਨਹੀਂ ਆਇਆ। ਆਪੋਜੀਸ਼ਨ ਉਸ ਤੋਂ ਬਾਅਦ ਸਵਾਲ ਪੁੱਛਦਾ ਹੈ ਕਿ ਤੁਸੀਂ ਇਹ ਦੇਖੋ ਕਿ ਚਾਈਨਾ ਸਾਡੀ ਧਰਤੀ ਦੇ ਵਿੱਚ ਨਹੀਂ ਵੜਿਆ। ਜੀ। ਆਹ ਜਿਹੜੀ ਝੜਪ ਹੋਈ ਸੀ, ਜਿਹੜੀ ਲੜਾਈ ਹੋਈ ਸੀ ਜਿਹਦੇ ਵਿੱਚ ਸਾਡੇ 20 ਤੇ ਉਹਨਾਂ ਦੇ 43 ਸੈਨਿਕ ਮਾਰੇ ਗਏ, ਕਿ ਭਾਰਤ ਦੇ ਸੈਨਿਕ ਚੀਨ ਦੀ ਧਰਤੀ ਦੇ ਵਿੱਚ ਗਏ ਸੀਗੇ? ਜੀ। ਇਸ ਗੱਲ ਦਾ ਜਵਾਬ ਨਾ ਤੇ ਡਿਫੈਂਸ ਮਿਨਿਸਟਰੀ ਕੋਲ ਸੀਗਾ, ਨਾ ਪ੍ਰਧਾਨ ਮੰਤਰੀ ਕੋਲ ਸੀਗਾ। ਇਸ ਮੁੱਦੇ ਤੇ ਫਿਰ ਇੱਕ ਐਲੀਗੇਸ਼ਨ ਤੇ ਕਾਊਂਟਰ ਐਲੀਗੇਸ਼ਨ ਦਾ ਦੌਰ ਚੱਲਦਾ ਹੈ, ਜਦ ਬੀਜੇਪੀ ਦੇ ਕੁਝ ਲੀਡਰ ਕਾਂਗਰਸ ਦੇ ਉੱਤੇ ਸਵਾਲ ਖੜਾ ਕਰਦੇ ਨੇ ਕਿ ਨਹਿਰੂ ਫਾਊਂਡੇਸ਼ਨ ਦੇ ਵਿੱਚ ਇੰਨੇ ਪੈਸੇ ਤੁਸੀਂ ਕਿਉਂ ਲਏ ਸੀਗੇ। ਬੀਜੇਪੀ ਕਾਂਗਰਸ ਦੀ ਤਰਫੋਂ ਐਲੀਗੇਸ਼ਨ ਲੱਗਦਾ ਹੈ ਕਿ ਤੁਸੀਂ PM ਕੇਅਰ ਦੇ ਵਿੱਚ 10,000 ਕਰੋੜ ਰੁਪਏ ਚਾਈਨੀਜ਼ ਕੰਪਨੀ ਤੋਂ ਕਿਉਂ ਲਿੱਤੇ ਨੇ। ਫਿਰ ਜਿਹੜੀ ਲੜਾਈ ਮੈਪ ਤੋਂ ਸ਼ੁਰੂ ਹੋਈ ਸੀ, ਉਹ ਲੜਾਈ ਬੀਜੇਪੀ ਕਹਿ ਲਓ ਜਾਂ NDA ਗਵਰਨਮੈਂਟ ਕਹਿ ਲਓ, ਉਹ ਐਪ ਦੇ ਰਾਹੀਂ ਲੜਦੇ ਨੇ ਕਿ 59 ਚਾਈਨੀਜ਼ ਐਪ ਨੂੰ ਆਪਾਂ ਬੈਨ ਕਰ ਦਿੰਦੇ ਆ, ਜਿਹਦੇ ਵਿੱਚ ਇੱਕ ਮਸ਼ਹੂਰ ਐਪ ਸੀਗੀ ਟਿਕਟੌਕ। ਚਲੋ ਇੱਥੇ ਤੱਕ ਵੀ ਠੀਕ ਸੀਗਾ, ਪਰ ਫਿਰ ਵੀ ਕਿਸੇ ਨਾ ਕਿਸੇ ਜਗ੍ਹਾ ਅਸੀਂ ਚਾਈਨਾ ਦੇ ਮੁੱਦੇ ਦੇ ਵਿੱਚ ਕਮਜ਼ੋਰ ਨਜ਼ਰ ਆ ਰਹੇ ਸੀਗੇ। ਹੁਣ ਗੱਲ ਅੱਜ ਦੀ ਕਰੀਏ, ਜਦ ਪ੍ਰਧਾਨ ਮੰਤਰੀ ਸਾਡੇ ਲਦਾਖ ਗਏ, ਭਾਵੇਂ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਚਾਈਨਾ ਦਾ ਕੋਈ ਨਾਂ ਨਹੀਂ ਲਿੱਤਾ, ਬਿਲਕੁਲ ਨਹੀਂ, ਪਰ ਉਹਨਾਂ ਨੇ ਇਸ ਗੱਲ ਦਾ ਸਿਗਨਲ ਜ਼ਰੂਰ ਦਿੱਤਾ ਕਿ ਅਸੀਂ ਕਿਸੇ ਤੋਂ ਡਰਦੇ ਨਹੀਂ। ਜੇ ਸਾਡੀ ਧਰਤੀ ਦੇ ਉੱਤੇ ਕਿਸੇ ਨੇ ਨਜ਼ਰ ਰੱਖੀ ਤੇ ਅਸੀਂ ਭੂਗੋਲ ਨੂੰ ਯਾਨੀ ਜਿਓਗ੍ਰਾਫੀ ਨੂੰ ਬਦਲਣ ਦੀ क्षमता ਰੱਖਦੇ ਹਾਂ। ਅੱਛਾ, ਪਰ ਗੱਲ ਆਪਣੇ ਭਾਸਕਰ ਸਾਹਿਬ ਇੱਕ ਚੀਜ਼ ਦੱਸੋ ਵੀ ਜਦੋਂ ਪਾਕਿਸਤਾਨ ਦਾ ਨਾਂ ਲੈਂਦੇ ਤਾਂ ਇੱਥੇ ਨਾਂ ਲੈਣ ਤੋਂ ਕੀ ਐਸਾ ਡਰ ਪੈਦਾ ਹੋ ਗਿਆ? ਸਰ, ਜਦ ਪਾਕਿਸਤਾਨ ਦਾ ਨਾਂ ਲੈਂਦੇ ਆ ਪਰ ਚਾਈਨਾ ਦਾ ਨਾਂ ਨਹੀਂ ਲੈਂਦੇ ਆ, ਤੇ ਪਾਕਿਸਤਾਨ ਦੇ ਵਿੱਚ ਤੇ ਅਸੀਂ ਬਿਨਾਂ ਨਾਂ ਲਿੱਤੇ ਸਰਜੀਕਲ ਸਟ੍ਰਾਈਕ ਕਰਤੀ ਸੀਗੀ। ਤੇ ਹੁਣ ਇੱਕ ਨਵੀਂ ਲੜਾਈ ਦਾ ਨਾਂ ਕੁਝ ਕੇਂਦਰੀ ਮੰਤਰੀਆਂ ਨੇ ਦਿੱਤਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਡਿਜੀਟਲ ਸਟ੍ਰਾਈਕ ਕੀਤਾ ਹੈ, ਯਾਨੀ ਉਹ ਜਿਹੜੀ ਟਿਕਟੌਕ ਬੰਦ ਕਰਕੇ ਨਾ ਡਿਜੀਟਲ ਸਟ੍ਰਾਈਕ। ਇੱਕ ਨਵਾਂ ਕਿਉਂਕਿ ਸਰਜੀਕਲ ਸਟ੍ਰਾਈਕ ਦਾ ਵੀ ਸ਼ਬਦ ਪਹਿਲੀ ਵਾਰ ਸੁਣਿਆ ਸੀ ਲੋਕਾਂ ਨੇ ਕਿ ਇਹ ਹੁੰਦੀ ਕੀ ਹੈ। ਸਰਜੀਕਲ ਜ਼ਿਆਦਾਤਰ ਸ਼ਬਦ ਮੈਡੀਕਲ ਤੋਂ ਰਿਲੇਟਡ ਚੀਜ਼ ਸੀਗੀ ਕਿ ਸਰਜੀਕਲ ਕੋਈ ਆਪਰੇਸ਼ਨ ਕਰਤਾ, तो ਕਹਿੰਦੇ ਜੀ ਅਸੀਂ ਸਰਜੀਕਲ ਸਟ੍ਰਾਈਕ ਕਰਤੀ। ਹੁਣ ਇੱਕ ਨਵੀਂ ਟਰਮ ਚੱਲੀ ਹੈ ਡਿਜੀਟਲ ਸਟ੍ਰਾਈਕ, ਯਾਨੀ ਅਸੀਂ ਟਿਕਟੌਕ ਬੰਦ ਕਰਤੀ। ਮੈਂ ਜਿੱਦਾਂ ਪਹਿਲੇ ਵੀ ਕਿਹਾ, ਲੜਾਈ ਮੈਪ ਦੀ ਸੀ, ਅਸੀਂ ਐਪ ਦੀ ਬਣਾਤੀ। ਐਪ ਕਲੋਜ਼ ਕਰੋ ਤੇ ਆਪੇ ਚਾਈਨਾ ਮਰ ਜੂਗਾ। ਚਲੋ, ਇਸ ਲੜਾਈ ਦੇ ਵਿੱਚ ਜਿਹੜੇ TV ਚੈਨਲ ਨੇ, ਤੁਸੀਂ ਅੱਜ ਜਿਹੜੇ ਮਰਜ਼ੀ ਨਿਊਜ਼ ਚੈਨਲ ਨੂੰ ਖੋਲ ਕੇ ਦੇਖ ਲਓ, ਏਦਾਂ ਲੱਗਦਾ ਵੀ ਲੜਾਈ ਤਾਂ ਹੁਣ ਹੋ ਕੇ ਰਹੇਗੀ। ਯਾਨੀ ਜਿਹੜੀ ਲੜਾਈ ਅਸੀਂ ਚਾਈਨਾ ਦੇ ਵਿੱਚ, ਭਾਰਤ ਦੀ ਪਤਾ ਨਹੀਂ ਕੀ ਪਾਲਿਸੀ ਹੈ, ਲੜਾਈ ਲੜਨੀ ਹੈ ਕਿ ਨਹੀਂ ਲੜਨੀ ਹੈ, ਪਰ ਨਿਊਜ਼ ਚੈਨਲਾਂ ਦੀ ਰਿਪੋਰਟ ਨੂੰ ਦੇਖੋ ਤੇ ਅਸੀਂ ਚਾਈਨਾ ਦੇ ਉੱਤੇ ਅਟੈਕ ਕਰਨ ਵਾਸਤੇ ਤਿਆਰ ਬੈਠੇ ਹਾਂ। ਸਾਡੇ ਜਹਾਜ਼ਾਂ ਦੇ ਵਿੱਚ ਬੰਬ ਲੱਦੇ ਹੋਏ ਪਏ ਨੇ, ਅਸੀਂ ਸਾਡੇ ਟਰੱਕ ਚੱਲ ਪਏ ਨੇ, ਬਸ ਹਰੀ ਝੰਡੀ ਦਿਖਾਣੀ ਹੈ ਜਿਹੜੀ ਅਸੀਂ ਰੈਲੀਆਂ ਦੇ ਵਿੱਚ ਦਿਖਾਉਂਦੇ ਹਾਂ, ਤੇ ਉਹ ਚਾਈਨਾ ਦੇ ਉੱਤੇ ਬੰਬ ਸੁੱਟ ਕੇ ਵਾਪਸ ਆ ਜਾਣਗੇ। ਪਰ ਗੱਲ 1965 ਦੀ ਲੜਾਈ ਦੀ ਤੋਂ ਲੈ ਕੇ ਅੱਜ ਤੱਕ ਦੀ 1962 ਦੀ ਲੜਾਈ, 1965 ਦੀ ਲੜਾਈ ਔਰ ਅੱਜ ਦੀ ਲੜਾਈ ਦੇ ਵਿੱਚ ਫਰਕ ਤੇ ਹੈਗਾ। ਅੱਜ ਭਾਰਤ ਉਹ ਕਮਜ਼ੋਰ ਜਾਂ ਉਹ ਚੀਜ਼ ਨਹੀਂ ਹੈਗੀ ਕਿ ਚਾਈਨਾ ਵੀ ਸਾਡੇ ਨਾਲ ਕੋਈ ਲੜਾਈ ਅਫੋਰਡ ਕਰ ਸਕਦਾ ਹੈ। ਪਰ ਦੂਜੇ ਪਾਸੇ ਵੀ ਗੱਲ ਕਰੀਏ ਨਾ, ਦੇਖੋ ਐਜ਼ ਅ ਜਰਨਲਿਸਟਿਕ ਪੁਆਇੰਟ ਆਫ ਵਿਊ ਨਾਲੋਂ ਭਾਰਤ
ਤਾਂ ਉਹ ਨਹੀਂ ਰਿਹਾ ਹਥਿਆਰ। ਫਿਰ ਉਹਨਾਂ ਨੇ ਵੀ ਤਾਂ ਉਹ ਸੜਕਾਂ ਵੀ ਤਾਂ ਬਾਰਡਰ ਤੇ ਲਾ ਲਈਆਂ ਤੇ ਸਾਡੇ ਪੁਲ ਟੁੱਟੀ ਜਾਂਦੇ ਨੇ ਅਜੇ। ਬਿਲਕੁਲ, ਮੈਂ ਤੁਹਾਨੂੰ ਬਿਲਕੁਲ ਠੀਕ ਕਹਿ ਰਹੇ ਹੋ ਧੰਨਵਾਲੀਆ ਸਾਹਿਬ। ਮੈਂ ਵੀ ਇਹੀ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ, ਨਾ ਤੇ ਉਹ ਚਾਈਨਾ ਰਿਹਾ ਹੈ ਨਾ ਭਾਰਤ ਹੋ ਰਿਹਾ ਹੈ, ਤੇ ਹੁਣ ਤੇ ਲੜਾਈ ਚੱਲ ਰਹੀ ਹੈ ਪ੍ਰੋਪੇਗੈਂਡਾ ਦੀ। ਬਿਲਕੁਲ ਬਿਲਕੁਲ। ਸਾਡੇ ਇੱਥੇ ਜਿੰਨੇ ਵੀ ਟੀਵੀ ਚੈਨਲ ਨੇ, ਜਿੰਨੀ ਵੀ ਅਖਬਾਰਾਂ ਨੇ, ਉਹ ਚਾਈਨਾ ਦੀ ਇੰਟਰਨਲ ਪੋਲਿਟਿਕਸ, ਚਾਈਨਾ ਦੇ ਵਿੱਚ ਹਾਂਗਕਾਂਗ ਦੇ ਵਿੱਚ ਜਿਹੜੇ ਪ੍ਰਦਰਸ਼ਨ ਹੋ ਰਹੇ ਨੇ, ਅਸੀਂ ਉਹਨੂੰ ਹਾਈਲਾਈਟ ਕਰ ਰਹੇ ਹਾਂ। ਚਾਈਨਾ ਦੇ ਵਿੱਚ ਆਰਮੀ ਦੇ ਵਿੱਚ ਕੋਈ ਫੈਸਿਲਿਟੀ ਨਹੀਂ ਹੈ, ਕੋਈ ਪੈਨਸ਼ਨ ਨਹੀਂ ਹੈ, ਤੇ ਆਰਮੀ ਇੱਕ ਰੋਸ ਪ੍ਰਦਰਸ਼ਨ ਦੇ ਰਾਹੀਂ ਉੱਥੇ ਤੱਕਾ ਪਲਟ ਕਰਦੀ ਹੈ। ਏਦਾਂ ਦਾ ਪ੍ਰੋਪੇਗੈਂਡਾ ਕਹਿ ਲਈਏ ਆਪਾਂ ਸ਼ੁਰੂ ਕੀਤਾ ਹੋਇਆ ਹੈ। ਇਹ ਲੜਾਈ ਕਿਉਂਕਿ ਅੱਜ ਦੀ ਡੇਟ ਵਿੱਚ ਜਿੱਦਾਂ ਪਹਿਲੇ ਕਿਹਾ ਜਾਂਦਾ ਸੀ ਨਾ ਕਿ ਸਿਰਫ ਫੌਜਾਂ ਲੜਦੀ ਸੀਗੀ, ਅੱਜ ਮੀਡੀਆ ਪ੍ਰੋਪੇਗੈਂਡਾ ਕਈ ਤਰੀਕੇ ਦੀ ਸਟ੍ਰੈਟਜੀ ਹੁੰਦੀ ਹੈ ਲੜਾਈ ਲੜਨ ਦੀ, ਤੇ ਸਾਡੇ ਇੱਥੇ ਉਹ ਪ੍ਰੋਪੇਗੈਂਡਾ ਵਾਲੀ ਸਟ੍ਰੈਟਜੀ ਤੇ ਸ਼ੁਰੂ ਹੋ ਗਈ। ਹੁਣ ਟੀਵੀ ਚੈਨਲ ਤੇ ਜਿਹੜੇ ਮਰਜ਼ੀ ਖੋਲ ਕੇ ਦੇਖ ਲਓ, ਉੱਥੇ ਕੀ ਦੇਸ਼ ਭਗਤ ਹੋਣ ਦੀ ਹੋੜ ਲੱਗੀ ਹੋਈ ਹੈ। ਹੁਣੇ ਤੁਸੀਂ 50-100 ਬੰਦੇ ਟੀਵੀ ਚੈਨਲ ਦੇ ਐਂਕਰ ਜਾਣਗੇ ਤੇ ਚਾਈਨਾ ਦੀ ਅਸੀਂ ਕਰਕੇ ਆ ਜਾਣਗੇ। ਬਿਲਕੁਲ ਬਿਲਕੁਲ ਬਿਲਕੁਲ। ਉਹ ਏਦਾਂ ਲੱਗਦਾ ਜਿਵੇਂ ਐਂਕਰਾਂ ਦੀ ਇੱਕ ਫੌਜ ਬਣ ਰਹੀ ਹੈ ਟੀਵੀ ਚੈਨਲਾਂ ਦੇ। ਚਲੋ ਇਹ ਚੀਜ਼ਾਂ ਦੇ ਪ੍ਰੋਪੇਗੈਂਡਾ ਦਾ ਇੱਕ ਪਾਰਟ ਹੁੰਦਾ, ਚੰਗੀ ਗੱਲ ਹੈਗੀ ਹੈ। ਭਾਰਤ ਦੀ ਬਈ ਇੱਕ ਸਟਰੋਂਗ ਪ੍ਰੋਪੇਗੈਂਡਾ। ਇਹਦੇ ਨਾਲ ਇੰਨਾ ਕਹੇਗਾ ਕਿ ਜਿਹੜੇ ਗਰੀਬ ਲੋਕ ਨੇ ਉਹਨਾਂ ਦੇ ਵਿੱਚ ਉਹਨਾਂ ਦਾ ਜਿਹੜਾ ਹੌਸਲਾ ਅਫਜ਼ਾਈ ਹੋ ਜਾਂਦੀ ਹੈ। ਹਾਂ, ਜਿਨ੍ਹਾਂ ਨੂੰ ਹੁਣ ਗੱਲ ਫੜੀ ਹੈ, ਜਿਹੜੇ ਬੰਦੇ ਬਾਰਡਰ ਤੇ ਰਹਿ ਰਹੇ ਨੇ ਨਾ, ਉਹਨਾਂ ਦੀ ਜਿਹੜੀ ਜਾਨ ਨਿਕਲੀ ਹੋਈ ਹੈ। ਕਦੋਂ ਚਾਈਨਾ ਵਾਲੀ ਪਾਸੋਂ ਮਿਸਾਈਲਾਂ ਆ ਜਾਣ, ਔਰ ਫਿਰ ਚਾਈਨਾ ਨੇ ਉੱਥੇ S-500 S-400 ਜਿਹੜੀ ਸ਼ਕਤੀਸ਼ਾਲੀ ਮਿਸਾਈਲਾਂ ਨੇ, ਉਹਨਾਂ ਨੇ ਹਾਲ ਵਿੱਚ ਹੀ ਉੱਥੇ ਇੰਸਟਾਲ ਕੀਤੀਆਂ। ਕਿਹਾ ਜਾ ਰਿਹਾ ਕਿ ਭਾਰਤ ਨੇ ਵੀ ਉਹਦੀ ਪੂਰੀ ਤਿਆਰੀ ਕੀਤੀ ਹੈ। ਪਰ ਚਲੋ ਗੱਲ ਸ਼ੁਰੂ ਹੋਈ ਸੀ ਪ੍ਰਧਾਨ ਮੰਤਰੀ ਦੇ ਅੱਜ ਲੱਦਾਖ ਦੇ ਦੌਰੇ ਦੀ, ਤੇ ਇਸ ਚੀਜ਼ ਨੂੰ ਅਸੀਂ ਪੋਜ਼ੀਟਿਵਲੀ ਲਵਾਂਗੇ। ਪ੍ਰਧਾਨ ਮੰਤਰੀ ਦਾ ਲੱਦਾਖ ਜਾਣਾ, ਸਾਡੇ ਸੈਨਿਕਾਂ ਦਾ ਹੌਸਲਾ ਅਫਜ਼ਾਈ ਕਰਨਾ, ਇਹ ਆਪਣੇ ਆਪ ਵਿੱਚ ਇੱਕ ਬੜੀ ਪੋਜ਼ੀਟਿਵ ਗੱਲ ਹੈਗੀ ਹੈ। ਔਰ ਇਹਦੇ ਨਾਲ ਜਦ ਪ੍ਰਧਾਨ ਮੰਤਰੀ ਆਪ ਜਾ ਕੇ ਖੜਦਾ ਹੈ ਨਾ, ਔਰ ਉਹ ਵੀ ਸਰਹੱਦ ਤੇ ਫੌਜੀਆਂ ਦਾ ਜਿਹੜਾ ਉੱਦਾਂ ਵੀ ਹੌਸਲਾ ਬੁਲੰਦ ਹੋ ਜਾਂਦਾ ਹੈ। ਤੇ ਇਹ ਇੱਕ ਬਹੁਤ ਅੱਛੀ ਸਟ੍ਰੈਟਜੀ ਸੀਗੀ ਜਿਹੜੇ ਅੱਜ ਪ੍ਰਧਾਨ ਮੰਤਰੀ ਉੱਥੇ ਗਏ। ਦੈਟ ਇਜ਼ ਟਰੂ। ਪਰ ਗੱਲ ਹੈ ਕਿ ਮਨਸ਼ਾ ਕੀ ਹੈ? ਮਨਸ਼ਾ ਜਿਹੜੀ ਆ ਵੋਟਾਂ ਨਹੀਂ ਹੋਣੀਆਂ ਚਾਹੀਦੀਆਂ। ਦੇਖੋ, ਸਭ ਤੋਂ ਵੱਡੀ ਗੱਲ ਹੈਗੀ ਹੈ, ਵੋਟਾਂ ਤੇ ਮਨਸ਼ਾ ਹਮੇਸ਼ਾ ਹੁੰਦੀ ਹੈ, ਭਾਵੇਂ ਉਹ ਕਰੋਨਾ ਦੀ ਲੜਾਈ ਹੋਏ ਜਾਂ ਫਿਰ ਚਾਈਨਾ ਦੀ ਲੜਾਈ। ਕੋਈ ਵੀ ਪੋਲੀਟੀਸ਼ੀਅਨ ਵੋਟਾਂ ਦੇ ਪੇੜ ਨੂੰ ਬਗੈਰ ਦੇਖੇ ਕਦੇ ਵੀ ਕੋਈ ਕੰਮ ਨਹੀਂ ਕਰਦਾ। ਤੇ ਤੁਸੀਂ ਧੰਨਵਾਲੀਆ ਸਾਹਿਬ ਇਹ ਤੇ ਉਮੀਦ ਹੀ ਨਾ ਕਰੋ ਕਿ ਕੋਈ ਵੀ ਪ੍ਰਧਾਨ ਮੰਤਰੀ ਜਾਂ ਕੋਈ ਪੋਲੀਟੀਕਲ ਪਾਰਟੀ ਕੋਈ ਸਟੈਪ ਚੱਕਦੀ ਹੈ ਤੇ ਉਹਦੇ ਪਿੱਛੇ ਵੋਟਾਂ ਦੀ ਰਾਜਨੀਤੀ ਨਹੀਂ ਹੈਗੀ। ਹੁਣ ਵੋਟਾਂ ਦੀ ਰਾਜਨੀਤੀ 'ਚ ਦੇਖੋ, ਕਿਰਕਿਰੀ ਤੇ ਪ੍ਰਧਾਨ ਮੰਤਰੀ ਜਾਂ ਬੀਜੇਪੀ ਦੀ ਬੜੀ ਹੋਈ ਹੈ ਚਾਈਨਾ ਦੇ ਮੁੱਦੇ ਤੇ। ਉਸ ਕਿਰਕਿਰੀ ਨੂੰ ਭੁਲਾਉਣ ਵਾਸਤੇ, ਉਸ ਕਿਰਕਿਰੀ ਨੂੰ ਅਟੈਂਸ਼ਨ ਡਾਈਵਰਟ ਕਰਨ ਵਾਸਤੇ ਅੱਜ ਪ੍ਰਧਾਨ ਮੰਤਰੀ ਦਾ ਦੌਰਾ ਸੀਗਾ, ਜਿਹੜੇ ਸਿੱਧੇ ਸ਼ਬਦਾਂ 'ਚ ਅਸੀਂ ਆਪਾਂ ਕਹੀਏ। ਤੇ ਉਹ ਦੌਰਾ ਦਾ ਪਰਪਸ ਹੀ ਇਹ ਸੀਗਾ ਕਿ ਬਈ ਲੋਕਾਂ ਨੂੰ ਲੱਗੇ ਕਿ ਸਾਡਾ ਪ੍ਰਧਾਨ ਮੰਤਰੀ ਖੜਾ। ਤੁਸੀਂ ਦੇਖੋ, ਰਵੀ ਸ਼ੰਕਰ ਪ੍ਰਸਾਦ ਅੱਜ ਜਦ ਪ੍ਰਧਾਨ ਮੰਤਰੀ ਉਸ ਦੌਰੇ ਤੇ ਜਾ ਰਹੇ ਸੀ, ਉਹਨਾਂ ਨੇ ਟਵੀਟ ਕੀਤਾ, ਟਵੀਟ ਕਰਕੇ ਕਿ ਜਿਹੜਾ ਇੱਕ ਪ੍ਰਧਾਨ ਮੰਤਰੀ ਦਾ ਬੜਾ ਗਾਣਾ ਇੱਕ ਚੋਣਾਂ ਦੇ ਦੌਰਾਨ ਬੜਾ ਮਸ਼ਹੂਰ ਹੋਇਆ ਸੀ, ਨਾ ਮਿੱਟੀ ना झुकूंगा ना झुकने दूंगा, देश को झुकने नहीं दूंगा, मिट्टी की कसम खाता हूँ। वो गाना उन्होंने ट्वीट किया। वो अपने आप ਵਿੱਚ ਦੇਖੋ ਬੀਜੇਪੀ ਨੂੰ ਹੋਰ ਕੁਝ ਆਂਦਾ ਜਾਂ ਨਾ ਆਂਦਾ ਹੋਏ, ਪਰ ਇਹ ਗੱਲ ਬੜੀ ਆਉਂਦੀ ਹੈ ਕਦੋਂ ਤੁਸੀਂ ਆਪਣੇ ਦੇਸ਼ ਵਾਸੀਆਂ ਦਾ ਖੂਨ ਉਬਾਲ ਕੇ ਦੇਸ਼ ਭਗਤੀ ਨੂੰ ਚਰਮ ਸੀਮਾ ਤੇ ਕਿੱਦਾਂ ਲੈ ਕੇ ਜਾਣਾ। ਉਹ ਜਦੋਂ ਵੀ ਮੌਕਾ ਆਉਂਦਾ ਹੈ ਬੀਜੇਪੀ ਇਹ ਕਰਦੀ ਹੈ, ਔਰ ਜੋ ਇਸ ਮਾਮਲੇ ਦੇ ਵਿੱਚ ਕਾਂਗਰਸ ਹਮੇਸ਼ਾ ਫੇਲ ਰਹੀ ਹੈ। ਔਰ ਇਸ ਕਰਕੇ ਪ੍ਰਧਾਨ ਮੰਤਰੀ ਦੇ ਅੱਜ ਦੇ ਦੌਰੇ ਤੋਂ ਬਾਅਦ ਦੇਸ਼ ਭਗਤਾਂ ਦੀ ਛਾਤੀ ਜ਼ਰੂਰ ਫੁੱਲੀ ਹੈ, ਪਰ ਉਹਦੇ ਪਿੱਛੇ ਵੋਟਾਂ ਦੀ ਰਾਜਨੀਤੀ ਸੀਗੀ। ਇਹ ਤੁਸੀਂ ਵੀ ਜਾਣਦੇ ਹੋ, ਅਸੀਂ ਵੀ ਜਾਣਦੇ। ਧੰਨਵਾਦ ਜੀ, ਬਹੁਤ ਬਹੁਤ ਮਿਹਰਬਾਨੀ। ਧੰਨਵਾਦ ਸਾਹਿਬ ਤੁਹਾਡੀ। ਤੇ ਗੁਰਦਾਸਪੁਰ ਵੱਲ ਨੂੰ ਰੁਖ ਕਰਦੇ ਹਾਂ ਤੇ ਮੇਰੇ ਨਾਲ ਨਿਤਿਨ ਲੂਥਰਾ ਜੀ ਜੁੜ ਗਏ ਨੇ। ਨਿਤਿਨ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਧੰਨਵਾਦ ਸਾਹਿਬ। ਨਿਤਿਨ ਜੀ, ਸਤਨਾਮ ਸਿੰਘ ਹੋਰਾਂ ਦੇ ਘਰ ਕਹਿੰਦੇ ਲੀਡਰਾਂ ਦਾ ਤਾਂਤਾ ਲੱਗਿਆ ਹੋਇਆ, ਪਰਿਵਾਰ ਦੇ ਨਾਲ ਮਿਲਣ ਵਾਲੇ ਲੀਡਰ ਜਿਹੜੇ ਨੇ ਉੱਥੇ ਪੁੱਜ ਰਹੇ ਨੇ। ਬਿਲਕੁਲ ਧੰਨਵਾਦ ਸਾਹਿਬ। ਅੱਜ ਸ਼ਹੀਦ ਸਤਨਾਮ ਸਿੰਘ ਦੇ ਘਰ ਜਿਹੜਾ ਨੇ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਕੈਬਨਿਟ ਮਿਨਿਸਟਰ ਬਿਕਰਮਜੀਤ ਸਿੰਘ ਮਜੀਠੀਆ ਅੱਜ ਪਹੁੰਚੇ ਆਪਣੇ ਸਾਥੀਆਂ ਸਮੇਤ, ਜਿੱਥੇ ਜ਼ਿਲ੍ਹਾ ਪ੍ਰਧਾਨ ਤੋਂ ਲੈ ਕੇ ਤੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਹੋਰ ਕਈ ਉਹਨਾਂ ਦੀ ਅਹੁਦੇਦਾਰੀਆਂ ਦੇ ਨਾਲ ਲਗਭਗ 150 ਤੋਂ 200 ਬੰਦਾ ਅੱਜ ਉਹਨਾਂ ਦੇ ਘਰ ਅਕਾਲੀ ਦਲ ਵਾਲਾ ਅਫਸੋਸ ਕਰਨ ਪਹੁੰਚਿਆ ਤੇ ਜਿੱਥੇ ਉਹਨਾਂ ਨੇ ਇਹ ਗੱਲ ਕਹੀ ਵੀ ਪਰਿਵਾਰ ਜਿਹੜਾ ਵਾ ਉਹ ਸੈਂਟਰ ਗੌਰਮੈਂਟ ਦੀ ਨੌਕਰੀ ਮੰਗਦਾ, ਪਰ ਇਹ ਪ੍ਰੋਵੀਜ਼ਨ ਨਹੀਂ ਹੈਗੀ ਹੁਣ। ਤੇ ਸੈਂਟਰ ਅਗਰ ਉਹਨਾਂ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਨੇ ਇਹਨਾਂ ਨੂੰ ਨੌਕਰੀ ਦੀ ਹਾਂ ਕਰਤੀ ਆ ਜਾਂ ਜਿਹੜਾ ਇਹਨਾਂ ਦਾ ਫੰਡ ਬਣਦਾ ਉਹਦੀ ਹਾਂ ਕਰਤੀ ਹੈ ਤੇ ਉਹਦੇ ਧੰਨਵਾਦੀ ਨੇ। ਤੇ ਸਟੇਡੀਅਮ ਦੀ ਸ਼ਹੀਦ ਦੇ ਨਾਂ ਤੇ ਸਟੇਡੀਅਮ ਦੀ ਮੰਗ ਵਾ
ਪਰਿਵਾਰ ਦੀ ਤੇ ਉਹਨਾਂ ਦਾ ਕਹਿਣਾ ਸੀ ਕਿ ਜੇ ਤੇ ਪੰਜਾਬ ਸਰਕਾਰ ਨੇ ਇਹਨਾਂ ਨੂੰ ਪਰਸਿਊ ਕਰਤਾ ਹੋਇਆ, ਇਹਨਾਂ ਦੀਆਂ ਫਾਈਲਾਂ ਪ੍ਰਪੋਜ਼ਲ ਬਣ ਗਈ ਆ ਤੇ ਉਹਦੇ ਲਈ ਉਹ ਧੰਨਵਾਦ ਕਰਦੇ ਆ। ਜੇ ਨਹੀਂ ਬਣਿਆ ਤੇ ਉਹਦੀ ਜਲਦ ਤੋਂ ਜਲਦ ਜਿਹੜਾ ਉਹ ਸ਼ਹੀਦ ਦੇ ਨਾਂ ਤੇ ਸਟੇਡੀਅਮ ਰੱਖਿਆ ਜਾਏ, ਕਿਉਂਕਿ ਸ਼ਹੀਦ ਜਿਹੜੇ ਨੇ ਉਹ ਦੇਸ਼ ਕੌਮ ਦਾ ਸਰਮਾਇਆ ਹੁੰਦੇ ਨੇ ਤੇ ਇਸ ਸਰਮਾਏ ਨੂੰ ਸਾਂਭਣ ਦੀ ਲੋੜ ਹੈ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜੋ ਨੇ ਉਹ ਇਹਨਾਂ ਤੋਂ ਸੇਧ ਲੈ ਸਕਣ। ਜੀ ਜੀ ਤੇ ਆਪਣਾ ਦੂਸਰੇ ਪਾਸੇ ਕਹਿੰਦੇ ਗੁਰੂ ਕਾ ਜੰਗਲ ਲਵਾਉਣ ਦੀ ਸ਼ੁਰੂਆਤ ਹੋਈ ਹੈ। ਜਿਵੇਂ ਇੱਕ ਦੋ ਚਰਚਾਵਾਂ ਨੇ ਅੱਜ ਕੱਲ੍ਹ, ਇਹ ਜੰਗਲ ਦਾ ਮੈਂ ਨਾਂ ਭੁੱਲ ਗਿਆ ਕਿ 400-500 ਬੂਟਾ ਨੇੜੇ ਕਰਕੇ ਲਾ ਦਿੱਤੇ ਜਾਂਦਾ ਤੇ ਉਹ ਕਹਿੰਦੇ ਬੂਟਾ ਆਪਣੇ ਆਪ ਦੂਜਿਆਂ ਨੂੰ ਸਪੋਰਟ ਕਰਦਾ। ਸੋ ਇਹੋ ਜਿਹੇ ਜੰਗਲਾਂ ਦੀ ਜਿਹਨੂੰ ਆਪਾਂ ਕਹਿੰਦੇ ਆ ਕਿ ਬਨਾਵਟੀ ਜੰਗਲ ਜਿਹੜੇ ਨੇ ਉਹ ਲਾਉਣ ਦੀ ਸ਼ੁਰੂ ਕੀਤੀ। ਹੁਣ ਗੁਰੂ ਕਾ ਜੰਗਲ ਦੀ ਵੀ ਰਵਾਇਤ ਸ਼ੁਰੂ ਕੀਤੀ ਗਈ ਹੈ ਜੀ। ਦੇਖੋ ਬਾਨੇਵਾਲੇ ਸਾਹਿਬ, ਅੱਜ ਜਦੋਂ ਜਿਹੜੇ ਹੈਗੇ ਨੇ ਮੀਤ ਪ੍ਰਧਾਨ ਰਜਿੰਦਰ ਸਿੰਘ ਤੇ ਨਾਲ ਉਹਨਾਂ ਦੇ ਜਿਹੜੇ ਮੁੱਖ ਸਕੱਤਰ ਨੇ ਡਾਕਟਰ ਰੂਪ ਸਿੰਘ ਤੋਂ ਇਲਾਵਾ ਬਾਬਾ ਸੇਵਾ ਸਿੰਘ ਜੀ ਜਿਹੜੇ ਨੇ, ਅੱਜ ਤੋਂ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਕਿ ਜਿੰਨੇ ਵੀ ਵੱਡੇ ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਨੇੜੇ ਜਿਹੜੀਆਂ ਜ਼ਮੀਨਾਂ ਨੇ 1 ਏਕੜ ਜ਼ਮੀਨ ਦੇ ਵਿੱਚ ਲਗਭਗ 3000 ਬੂਟਾ ਜਿਹੜਾ ਲਾਉਣ ਦੀ ਸ਼ੁਰੂਆਤ ਕੀਤੀ ਹੈ। ਉਹਨੂੰ ਨਾਂ ਦਿੱਤਾ ਗਿਆ ਗੁਰੂ ਕਾ ਲੰਗਰ, ਗੁਰੂ ਕਾ ਲੰਗਰ ਗੁਰੂ ਕਾ ਜੰਗਲ। ਗੁਰੂ ਕਾ ਜੰਗਲ ਨਾਮ ਇਸ ਕਰਕੇ ਦਿੱਤਾ ਗਿਆ ਕਿ ਜਿੱਥੇ ਗੁਰੂ ਸ਼ਬਦ ਆ ਜਾਂਦਾ ਉੱਥੇ ਸ਼ਰਧਾ ਭਾਵਨਾ ਤੇ ਸੇਵਾ ਆਪਣੇ ਆਪ ਜਾਗ ਉੱਠਦੀ ਆ ਤੇ ਲੋਕ ਜਿੱਥੇ ਸੇਵਾ ਕਰਨਗੇ ਇਸ ਜੰਗਲ ਦੀ ਉੱਥੇ ਦੀ ਸਾਂਭ ਸੰਭਾਲ ਵੀ ਕਰਨਗੇ। ਔਰ ਇਸ ਵਿੱਚ ਖਾਸ ਗੱਲ ਇਹ ਆ ਕਿ ਰਵਾਇਤੀ ਬੂਟੇ ਲਾਏ ਜਾਣਗੇ, ਜਿਹੜੇ ਪ੍ਰਾਚੀਨ ਬੂਟੇ ਸੀ ਉਹ ਲਾਏ ਗਏ ਨੇ ਔਰ ਨਾਲ ਦੀ ਨਾਲ ਫਲਾਹਾਰੀ ਔਰ ਛਾਂਦਾਰ ਬੂਟੇ ਸੰਘਣੇ ਕਰਕੇ ਲਾਏ ਗਏ ਨੇ। ਲਗਭਗ 1 ਏਕੜ ਦੇ ਵਿੱਚ 2500 ਤੋਂ ਲੈ ਕੇ 3000 ਬੂਟਾ ਜਿਹੜਾ ਲਾਇਆ ਗਿਆ ਵਾ ਔਰ ਇਹ ਜਿਹੜਾ ਲੜੀਵਾਰ ਚੱਲੇਗਾ। ਜਿੰਨੇ ਵੀ ਪੰਜਾਬ ਦੇ ਵਿੱਚ ਆਪਣੇ ਵੱਡੇ ਗੁਰਦੁਆਰਾ ਸਾਹਿਬ ਨੇ ਉਹਨਾਂ ਦੀ ਜਿੰਨੀ ਵੀ ਨਾਲ ਲੱਗਦੀ ਜ਼ਮੀਨ ਆ 1 ਏਕੜ ਜ਼ਮੀਨ ਦੇ ਵਿੱਚ ਗੁਰੂ ਕਾ ਜੰਗਲ ਲਗਾਇਆ ਜਾਏਗਾ। ਖਾਸ ਗੱਲ ਇਹ ਆ ਕਿ ਵਾਤਾਵਰਨ ਦੀ ਸਾਂਭ ਸੰਭਾਲ ਨੂੰ ਖਾਸ ਸਮਰਪਿਤ ਕੀਤਾ ਗਿਆ। ਇਹਦਾ ਨਾਂ ਦਿੱਤਾ ਗਿਆ ਗੁਰੂ ਕਾ ਜੰਗਲ। ਗੁਰੂ ਦੇ ਜੰਗਲ ਦਾ ਮਹੱਤਵ ਲੋਕਾਂ ਦੇ ਵਿੱਚ ਵਧਾਉਣ ਲਈ ਤਾਂ ਕਿ ਆਪੋ ਆਪਣੇ ਬੂਟੇ ਲਾਉਣ ਔਰ ਪ੍ਰਦੂਸ਼ਣ ਘਟੇ, ਇਸ ਤੋਂ ਲੈ ਕੇ ਜਿਹੜਾ ਵਾ ਅੱਜ ਮੁੱਖ ਸਕੱਤਰ ਤੇ ਜਿਹੜੇ ਮੀਤ ਪ੍ਰਧਾਨ ਨੇ ਉਹ ਖਾਸ ਕਰਕੇ ਬਟਾਲਾ ਦੇ ਨੇੜੇ ਗੁਰਦੁਆਰਾ ਹੋਟੀਆਂ ਸਾਹਿਬ ਪਹੁੰਚੇ ਸਨ ਤੇ ਜਿੱਥੇ ਕਾਰ ਸੇਵਾ ਵਾਲੇ ਬਾਬਾ ਸੇਵਾ ਸਿੰਘ ਜੀ ਨੇ ਇਹ ਸੇਵਾ ਨਿਭਾਈ ਹੈ। ਤੇ ਗਾਂਹ ਉਹਨਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਹੀ ਕਿਤੇ ਨਾ ਕਿਤੇ ਇਹ ਜਿਹੜੀ ਸੇਵਾ ਆ ਉਹ ਰੂਟੀਨ 'ਚ ਚੱਲਦੀ ਰਹੇਗੀ ਤੇ ਇਹ ਸਾਂਭ ਸੰਭਾਲ ਵੀ ਜਿਹੜੀ ਆ ਉਹ ਕਾਰ ਸੇਵਾ ਵਾਲੇ ਵਾਧੇ ਹੀ ਕਰਨਗੇ ਜੀ। ਸੋ ਬਾਕੀ ਮੌਸਮ ਵਗੈਰਾ ਦਾ ਕੀ ਹਾਲ ਹੈ ਜੀ? ਮੌਸਮ ਧੰਨਵਾਦ ਦੇ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਜਿਹੜਾ ਵਾ ਇੱਕਦਮ ਚਮਾਸਿਆ ਭਰਿਆ ਵਾ, ਮਤਲਬ ਬਿਨਾਂ ਏਸੀ ਤੋਂ ਕਹਿ ਲਓ ਕਿ ਬਾਹਰ ਨਿਕਲਣਾ ਬੜਾ ਮੁਸ਼ਕਲ ਆ। ਗਰਮੀ ਬਹੁਤ ਜ਼ਿਆਦੀ ਹੈ ਤੇ ਹੁਣ ਇੰਤਜ਼ਾਰ ਆ ਤੇ ਮਾਨਸੂਨ ਦਾ ਵੀ ਜਲਦ ਤੋਂ ਜਲਦ ਮਾਨਸੂਨ ਆਵੇ ਤੇ ਲੋਕਾਂ ਨੂੰ ਜਿੱਥੇ ਆਮ ਜਨ ਜੀਵਨ ਨੂੰ ਰਾਹਤ ਮਿਲੇਗੀ ਉੱਥੇ ਖੇਤੀ ਨੂੰ ਬੜੀ ਵੱਡੀ ਰਾਹਤ ਮਿਲੇਗੀ ਕਿਉਂਕਿ ਝੋਨੇ ਨੂੰ ਹੁਣ ਪਾਣੀ ਦੀ ਲੋੜ ਆ ਤੇ ਬਿਜਲੀ ਦਾ ਵੀ ਕੱਟ ਲੱਗਦੇ ਨੇ ਤਾਂ ਉਹਦੇ ਨਾਲ ਇੱਕ ਬਿਜਲੀ ਦਾ ਬਚਾਅ ਹੋਏਗਾ ਤੇ ਧਰਤੀ ਦੇ ਪਾਣੀ ਦਾ ਬਚਾਅ ਹੋਏਗਾ। ਜੇ ਮਹਾਰਾਜ ਕਿਰਪਾ ਕਰਨ ਤੇ ਮਾਨਸੂਨ ਜਲਦ ਆ ਜਾਣ ਤੇ ਮੀਂਹ ਪਵੇ ਤੇ ਮੌਸਮ 'ਚ ਬੜੀ ਵੱਡੀ ਤਬਦੀਲੀ ਆ ਸਕਦੀ ਹੈ। ਉਸ ਦੇ ਨਾਲ ਜਿਹੜਾ ਜਿੱਥੇ ਆਮ ਜਨ ਜੀਵਨ ਨੂੰ ਰਾਹਤ ਮਿਲੇਗੀ ਉੱਥੇ ਖਾਸ ਕਰਕੇ ਖੇਤੀ ਨੂੰ ਬੜੀ ਵੱਡੀ ਰਾਹਤ ਮਿਲੇਗੀ। ਜੀ ਮਿਹਰਬਾਨੀ ਜੀ, ਮਿਹਰਬਾਨੀ ਤੁਹਾਡੀ, ਸ਼ੁਕਰੀਆ ਨਿਤਿਨ ਜੀ। ਤੇ ਹੁਣ ਆਪਾਂ ਚੱਲਦੇ ਜੀ ਮਾਨਸਾ, ਬਲਦੇਵ ਸ਼ਰਮਾ ਜੀ ਸਾਡੇ ਨਾਲ ਨੇ। ਬਲਦੇਵ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਵਰਨ ਜੀ। ਬਲਦੇਵ ਜੀ ਕਹਿੰਦੇ ਸ਼ਹੀਦਾਂ ਨੂੰ ਦੇਖੋ, ਸਾਡੇ ਜਿਹੜੇ ਖਾਲਸੇ ਉੱਥੇ ਚੀਨ ਦੇ ਬਾਰਡਰ ਤੇ ਸ਼ਹੀਦ ਹੋਏ ਆ, ਸਿਰਮੌਰ ਸੰਸਥਾ SGPC ਨੇ ਤਾਂ ਅੱਖੋਂ ਪਰੋਖੇ ਕਰਤੇ, ਪਰ ਕਹਿੰਦੇ ਨੰਦੇੜ ਸਾਹਿਬ ਤਖਤ ਸਾਹਿਬ ਦੀ ਜਿਹੜੀ ਮੈਨੇਜਮੈਂਟ ਕਮੇਟੀ ਹੈ ਉਸ ਵੱਲੋਂ ਪਰਿਵਾਰ ਨੂੰ ਆਦਰ ਮਾਨ ਸਤਿਕਾਰ ਕਾਫੀ ਦਿੱਤਾ ਗਿਆ ਜੀ। ਬਿਲਕੁਲ ਜੀ, ਮਾਨਸਾ ਜ਼ਿਲ੍ਹੇ ਦੇ ਪਿੰਡ ਬੀਰੇ ਵਾਲੇ ਡੋਗਰਾ ਦਾ ਜਿਹੜਾ ਸਿੱਖ ਸਿਪਾਹੀ ਸੀਗਾ ਉਹਨੂੰ ਨੰਦੇੜ ਸਾਹਿਬ ਤੋਂ ਜਿਹੜਾ ਬੋਰਡ ਬਣਿਆ ਹੋਇਆ ਤਖਤ ਸ੍ਰੀ ਨੰਦੇੜ ਸਾਹਿਬ ਬੋਰਡ ਵੱਲੋਂ 11 ਲੱਖ ਰੁਪਏ ਦੀ ਮਾਲੀ ਮਦਦ ਦਿੱਤੀ ਗਈ ਹੈ ਤੇ ਨਾਲ ਹੀ ਉਹਨਾਂ ਨੇ ਰੋਜ਼ਾਨਾ ਸੰਗਤਾਂ ਨੂੰ ਅਪੀਲ ਕੀਤੀ ਹੈ, ਇਹਨਾਂ ਦਾ ਅਕਾਊਂਟ ਨੰਬਰ ਦਿੱਤਾ ਵੀ ਜਿੰਨੇ ਪੈਸੇ ਰੋਜ਼ ਇਕੱਠੇ ਹੋਇਆ ਕਰਨਗੇ ਇਹਨਾਂ ਦੇ ਨਾਂ ਤੇ ਉਹ ਇਹਨਾਂ ਦੇ ਅਕਾਊਂਟ 'ਚ ਸ਼ਾਮ ਦੀ ਸ਼ਾਮ ਪਾ ਦਿਆ ਕਰਾਂਗੇ। ਕਹਿੰਦੇ ਬਹੁਤ ਵੱਡਾ ਉਪਰਾਲਾ ਕੀਤਾ। ਇਸ ਤੋਂ ਇਲਾਵਾ ਹੌਜਰੀ ਐਸੋਸੀਏਸ਼ਨ ਹੈ ਲੁਧਿਆਣੇ ਦੀ, ਉਹ ਵੀ 2 ਲੱਖ ਰੁਪਇਆ ਨਗਦ ਦੇ ਕੇ ਗਏ ਆ। ਦੇਖੋ ਲੋਕਾਂ ਨੇ ਦਿਲ ਖੋਲ ਕੇ ਉਸ ਪਰਿਵਾਰ ਦੀ ਮਦਦ ਹੋ ਰਹੀ ਹੈ। ਪਰ ਜੇ ਗੱਲ ਕਰੀਏ ਤਾਂ ਆਪਣੇ SGPC ਦੀ, ਤਾਂ SGPC ਦੇ ਕਿਸੇ ਵੀ ਮੈਂਬਰ ਨੇ ਜਾਂ ਪ੍ਰਧਾਨ ਨੇ ਉਹਨਾਂ ਦੇ ਆ ਕੇ ਉਹਨਾਂ ਨੂੰ ਸ਼ਰਧਾਂਜਲੀ ਵੀ ਨਹੀਂ ਦਿੱਤੀ ਤੇ ਪੈਸੇ ਜਾਂ ਮਾਲੀ ਮਦਦ ਦੇਣਾ ਤਾਂ ਦੂਰ ਦੀ ਗੱਲ ਹੈ। ਤੇ
ਇਸ ਕਰਕੇ 1500 ਕਿਲੋਮੀਟਰ ਤੋਂ ਚੱਲ ਕੇ ਨੰਦੇੜ ਸਾਹਿਬ ਤੋਂ ਜਿਹੜੀ ਸਿੱਖ ਸੰਗਤ ਨੇ ਆ ਕੇ ਇਹਨਾਂ ਦੀ ਬਾਂਹ ਜ਼ਰੂਰ ਫੜੀ ਆ। ਚਲੋ ਚੰਗੀ ਗੱਲ ਹੈ ਜੀ, ਕੋਈ ਤਾਂ ਕਰਦਾ, ਪਰ ਨਾਲ ਦੀ ਨਾਲ ਦੂਜੇ ਵੀ ਆਪਣੇ 3 ਸ਼ਹੀਦ ਨੇ, ਉਹਨਾਂ ਨੂੰ ਵੀ ਚਾਹੀਦਾ ਸੀ ਵੀ ਉਹਨਾਂ ਦੀ ਵੀ ਬਾਂਹ ਨਾਲ ਵੰਡਵੀਂ ਫੜੀ ਜਾਂਦੀ ਤਾਂ ਬਿਲਕੁਲ ਬੜੀ ਅੱਛੀ ਗੱਲ। ਬਿਲਕੁਲ ਜੀ, ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਫੌਜ ਦੇ ਵਿੱਚ ਤੇ CRPF ਦੇ ਵਿੱਚ ਸਰਦਾ ਪੁੱਗਦਾ ਤਾਂ ਕੋਈ ਨਹੀਂ ਜਾਂਦਾ। ਬਿਲਕੁਲ ਜੀ, ਸਭ ਜਿਹੜੇ ਮੱਧ ਵਰਗ ਪਰਿਵਾਰ ਦੇ ਆ ਉਹ ਤੋਂ ਵੀ ਜਿਹੜਾ ਜਿੰਨਾ ਕਹਿੰਦੇ ਕਿ ਮਜਬੂਰੀਆਂ ਜਿਹੜੀਆਂ ਹੁੰਦੀਆਂ ਨੇ ਤੇ ਉਹ ਲੈ ਕੇ ਜਾਂਦੀਆਂ ਨੇ, ਤੇ ਜਦੋਂ ਕੱਚੀਆਂ ਦਾੜੀਆਂ ਵਾਲੇ ਬੱਚੇ ਜਿਹੜੇ ਘਰ ਦੇ ਘਰੋਂ ਚਲੇ ਜਾਣ ਤੇ ਬੜਾ ਔਖਾ ਹੁੰਦਾ ਮਾਪਿਆਂ ਨੂੰ। ਬਿਲਕੁਲ ਜੀ, ਬਿਲਕੁਲ ਜੀ। ਤੇ ਇਸ ਦੇ ਨਾਲ ਹੀ ਮਾਨਸਾ 'ਚ ਕਹਿੰਦੇ ਬਠਿੰਡੇ ਤੋਂ ਮਾਨਸਾ ਵੱਲ ਨੂੰ ਵੀ ਟਿੱਡੀ ਦਲ ਆ ਗਿਆ ਜੀ। ਹਾਂ ਬਿਲਕੁਲ, ਟਿੱਡੀ ਦਲ ਦੀ ਗੱਲ ਕਰੀਏ, ਮਾਨਸਾ ਜ਼ਿਲ੍ਹੇ ਦੇ ਪਿੰਡ ਮੱਲ ਸਿੰਘ ਵਾਲਾ ਤੇ ਜੋਈਆਂ ਇੱਧਰ ਟਿੱਡੀ ਦਲ ਨੇ ਹਮਲਾ ਕੀਤਾ ਤੇ ਬੇਸ਼ੱਕ ਕਿਸਾਨ ਆਪਣੇ ਪੱਧਰ ਤੇ ਕੋਸ਼ਿਸ਼ ਕਰ ਰਹੇ ਆ ਕਿ ਨਰਮੇ ਤੇ ਜਿਹੜੀ ਸਬਜ਼ੀਆਂ ਦੀ ਫਸਲ ਤੇ ਉਹਨਾਂ ਨੇ ਪ੍ਰਭਾਵ ਪਾਇਆ, ਪਰ ਘੱਟ ਗਿਣਤੀ 'ਚ ਜ਼ਰੂਰ ਹੈ। ਪਰ ਕਿਸਾਨ ਹੈ ਕਿਤੇ ਨਾ ਕਿਤੇ ਖੌਫ 'ਚ ਨੇ ਵੀ ਜੇ ਵੱਡੀ ਗਿਣਤੀ 'ਚ ਆ ਗਈ ਤਾਂ ਉਹਨਾਂ ਕੋਲ ਕੋਈ ਪ੍ਰਬੰਧ ਨਹੀਂ ਹੈ, ਕਿਉਂਕਿ ਫਸਲਾਂ ਹੈ ਜਿਹੜੀਆਂ ਇਸ ਵਾਰ ਪਤਾ ਹੀ ਹੈ ਵੀ ਕਿਵੇਂ ਬੀਜੀਆਂ ਗਈਆਂ, ਕਿਹੜੇ ਹਾਲਾਤਾਂ 'ਚ ਬੀਜੀਆਂ ਗਈਆਂ, ਤੇ ਦੁਬਾਰਾ ਇਹਨਾਂ ਦੀ ਬਿਜਾਈ ਨਹੀਂ ਹੋਣੀ। ਬੇਸ਼ੱਕ ਖੇਤੀਬਾੜੀ ਵਿਭਾਗ ਲੋਕਾਂ ਨੂੰ ਕਹਿ ਰਿਹਾ ਕਿ ਡਰਨ ਦੀ ਲੋੜ ਨਹੀਂ, ਪਰ ਹੁਣੇ ਮੈਨੂੰ ਕਿਸੇ ਪਿੰਡ 'ਚ ਵੀ ਪਤਾ ਲੱਗਿਆ ਕਿ ਅਨਾਉਂਸਮੈਂਟ ਹੋਣ ਲੱਗ ਗਈ ਵੀ ਟਿੱਡੀ ਦਲ ਹੈ ਜਿਹੜਾ ਪਹੁੰਚ ਸਕਦਾ ਕਿਸੇ ਵੀ ਟਾਈਮ। ਤੇ ਖਾਸ ਕਰਕੇ ਮਾਨਸਾ ਜ਼ਿਲ੍ਹੇ ਦਾ ਜਿਹੜਾ ਸਰਹੱਦੀ ਏਰੀਆ ਹਰਿਆਣੇ ਨਾਲ ਲੱਗਦਾ ਹੈ, ਰਤੀਆ ਤੇ ਜਾਖਲ ਦੇ ਨਾਲ, ਉਹਨਾਂ ਪਿੰਡਾਂ 'ਚ ਖਾਸ ਕਰਕੇ ਗੱਲ ਕੀਤੀ ਜਾਵੇ ਤਾਂ ਉੱਥੇ ਜ਼ਿਆਦਾ ਸਹਿਮ ਪਾਇਆ ਜਾਂਦਾ ਟਿੱਡੀ ਦਲ ਦਾ ਜੀ। ਇਹਦਾ ਕੋਈ ਛਿੜਕੂ ਦਾ ਇੰਤਜ਼ਾਮ ਕਰ ਰਹੇ ਆ? ਕਿਉਂਕਿ ਰਾਜਸਥਾਨ ਵਾਲਿਆਂ ਤਾਂ ਹੈਲੀਕਾਪਟਰ ਰਵਾਨਾ ਕਰ ਦਿੱਤੇ ਨੇ ਜੀ ਉਹ ਟਿੱਡੀ ਦਲ ਦੇ ਉੱਤੇ ਸਪਰੇਅ ਕਰਨ ਨੂੰ, ਪਰ ਟਿੱਡੀ ਦਲ ਹੈਲੀਕਾਪਟਰ ਤੋਂ ਬਿਨਾਂ ਤਾਂ ਨਹੀਂ ਕਾਬੂ ਆਉਂਦਾਗਾ। ਨਹੀਂ, ਆਪਣੇ ਜਿਹੜਾ ਹੈਲੀਕਾਪਟਰ ਹੈ ਜੀ ਉਹ ਸਿਰਫ ਰਾਜੇ ਕੋਲੇ ਹੈ, ਫਸਲਾਂ ਵਾਸਤੇ ਹਜੇ ਨਹੀਂ ਆਇਆ। ਮਾਨਸਾ ਜ਼ਿਲ੍ਹੇ 'ਚ ਤਾਂ ਪੀਪੇ ਤੇ ਥਾਲੀਆਂ ਇਹਨਾਂ ਦੀ ਮਦਦ ਹੀ ਲਈ ਆ। ਹਾਂ, ਇਹਨਾਂ ਦੀ ਮਦਦ ਲਈ ਜਾ ਰਹੀ ਹੈ। ਪੀਪਿਆਂ ਨਾਲ ਕਰੋਨਾ ਵੀ ਭੱਜ ਜਾਂਦਾ। ਵੈਸੇ ਪੁਰਾਣੀ ਗੱਲ ਮੈਨੂੰ ਯਾਦ ਹੈ ਕਿ ਪੀਪੇ ਖੜਕਾਉਣ ਨਾਲ ਤੇ ਥਾਲੀਆਂ ਨਾਲ ਟਿੱਡੀਆਂ ਤਾਂ ਉੱਠ ਪੈਂਦੀਆਂ ਸੀ, ਪਰ ਮਰਦੀਆਂ ਨਹੀਂ ਨਾ। ਮਰਦੀਆਂ ਨਹੀਂ, ਬਿਲਕੁਲ ਉਹੀ ਤਰੀਕਾ ਅਪਣਾ ਰਹੇ ਹੈ ਜੀ। ਹੈਲੀਕਾਪਟਰ ਤਾਂ ਹਜੇ ਦੂਰ ਦੀਆਂ ਗੱਲਾਂ ਨੇ। ਜੀ ਜੀ, ਧੰਨਵਾਦ ਜੀ, ਮਿਹਰਬਾਨੀ। ਤੇ ਬਠਿੰਡਾ ਵੱਲ ਆਉਣੇ ਆ ਜੀ, ਤੇ ਆਪਣੇ ਅਮਨਦੀਪ ਗੋਸਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਮਨਦੀਪ ਜੀ, ਬਠਿੰਡਾ ਵੀ ਕਾਫੀ ਚਰਚਾ 'ਚ ਹੈਗਾ ਲਗਾਤਾਰ, ਤੇ ਤੇਜ਼ਾਬ ਜਿਹੜਾ ਹੈਗਾ ਕਹਿੰਦੇ ਉਹਦੀ ਇੱਕ ਤੁਬਕਾ ਵੀ ਨਹੀਂ ਤੁਹਾਨੂੰ ਮਿਲ ਸਕਦਾ। ਇੱਥੇ ਤਾਂ ਲੜਾਈਆਂ 'ਚ ਵੀ ਵਰਤਿਆ ਜਾਣ ਲੱਗ ਪਿਆ ਜੀ। ਬਿਲਕੁਲ, ਅੱਜ ਇੱਕ ਬੜੀ ਦਰਦਨਾਕ ਘਟਨਾ ਵਾਪਰੀ ਹੈ ਗ੍ਰੀਨ ਸਿਟੀ ਦੇ ਨੇੜੇ। ਝੁੱਗੀਆਂ 'ਚ ਰਹਿੰਦੇ 2 ਪਰਿਵਾਰਾਂ 'ਚ ਆਪਸ ਵਿੱਚ ਜਿਹੜਾ ਹੈਗਾ ਝਗੜਾ ਹੋਇਆ। ਉਸ ਤੋਂ ਬਾਅਦ ਇੱਕ ਪਰਿਵਾਰ ਜਿਹੜਾ ਹੈਗਾ ਨੌਜਵਾਨਾਂ ਵੱਲੋਂ ਟੀਵੀ ਦੇਖਦੇ ਵਿਅਕਤੀ ਦੇ ਉੱਪਰ ਤੇਜ਼ਾਬ ਸਿੱਟ ਦਿੱਤਾ ਗਿਆ। ਅੱਛਾ ਜੀ। ਤੇ ਇਸ ਘਟਨਾ ਦੌਰਾਨ ਉਹ ਖੁਦ ਵੀ ਤੇਜ਼ਾਬ ਦੀ ਲਪੇਟ ਦੇ ਵਿੱਚ ਆ ਗਿਆ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਵੀ ਇਹ ਜਿਹੜਾ ਵਿਅਕਤੀ ਹੈ ਦੋਸ਼ੀ, ਇਸ ਵੱਲੋਂ ਜਿਹੜਾ ਹੈਗਾ ਆਪਣੀ ਘਰ ਵਾਲੀ ਦੇ ਸ਼ੱਕ ਜ਼ਾਹਿਰ ਕੀਤਾ ਜਾਂਦਾ ਸੀ ਅਤੇ ਉਕਤ ਵਿਅਕਤੀ ਦੇ ਘਰ ਜਾਣ ਤੋਂ ਰੋਕਿਆ ਜਾਂਦਾ ਸੀ, ਜਿਸ ਤੋਂ ਬਾਅਦ ਇਹ ਸਾਰੀ ਘਟਨਾਕ੍ਰਮ ਵਾਪਰਿਆ ਹੈਗਾ। ਫਿਲਹਾਲ ਦੋਨਾਂ ਨੂੰ ਇਲਾਜ ਲਈ ਜਿਹੜਾ ਹੈਗਾ ਹਸਪੀਟਲ ਲਿਆਂਦਾ ਗਿਆ। ਪੁਲਿਸ ਵੱਲੋਂ ਬਿਆਨ ਦਰਜ ਕੀਤੇ ਜਾ ਰਹੇ ਨੇ। ਅਗਲੇਰੀ ਕਾਰਵਾਈ ਕਰਨ ਦੀ ਜਿਹੜੀ ਹੈਗੀ ਹੈ ਕੀ ਕੀਤੀ ਜਾਂਦੀ ਹੈ ਸਮਾਂ ਹੀ ਦੱਸੇਗਾ। ਪਰ ਫਿਲਹਾਲ ਇਹ ਚਰਚਾ ਦਾ ਵਿਸ਼ਾ ਜ਼ਰੂਰ ਬਣਿਆ ਹੈ ਕਿ ਇਹਨਾਂ ਵਿਅਕਤੀਆਂ ਕੋਲੋਂ ਐਡੀ ਵੱਡੀ ਮਾਤਰਾ ਦੇ ਵਿੱਚ, ਕਿਉਂਕਿ ਜਿਹੜੇ ਪਰਿਵਾਰਕ ਮੈਂਬਰ ਦੱਸ ਰਹੇ ਨੇ ਉਹ ਦੱਸ ਰਹੇ ਨੇ ਵੀ ਕਰੀਬ 5 ਲੀਟਰ ਵਾਲੀ ਜਿਹੜੀ ਕੇਨੀ ਸੀ। ਬੱਲੇ ਬੱਲੇ ਬੱਲੇ, ਦੱਸੋ। ਠੀਕ ਹੈ ਨਾ ਜੀ। ਤੇ ਉਹ ਇੰਨੀ ਵੱਡੀ ਮਾਤਰਾ ਦੇ ਵਿੱਚ ਉਹ ਕਿਵੇਂ ਆਇਆ, ਇਹ ਜ਼ਰੂਰ ਜਾਂਚ ਦਾ ਵਿਸ਼ਾ ਹੈ। ਤੇ ਉਹ ਵੀ ਇੱਕ ਝੁੱਗੀ ਦੇ ਵਿੱਚ, ਕਿਉਂਕਿ ਜਿਹੜੀ ਉੱਥੇ ਵੀਡੀਓ ਕਲਿੱਪ ਮੌਕੇ ਦੀ ਜਾਰੀ ਹੋਈ ਹੈ, ਉਹ ਰਿਕਾਰਡ ਕੀਤੀ ਗਈ ਪਰਿਵਾਰਕ ਮੈਂਬਰਾਂ ਨੂੰ, ਉਹ ਬੜੀ ਦਰਦਨਾਕ ਆ ਵੀ ਉਹ ਸੀਨ ਦੇਖਣ ਯੋਗ ਨਹੀਂ ਹੈਗੀ। ਜੇ ਆਪਾਂ ਕਹਿ ਦਈਏ ਹਰ ਚੀਜ਼ ਮੱਚੀ ਹੋਈ ਹੈ, ਬਲੱਡ ਖਿਲ ਰਿਹਾ ਹੈ। ਠੀਕ ਹੈ ਨਾ ਜੀ। ਬੈੱਡ ਦੇ ਉੱਪਰ ਕਾਫੀ ਜਿਹੜਾ ਹੈ ਦਰਦਨਾਕ ਸੀਨ ਹੈ, ਜਿਵੇਂ ਆਪਾਂ ਕਹਿ ਸਕਦੇ ਹਾਂ। ਤੇ ਕੋਈ ਗ੍ਰਿਫਤਾਰੀ ਹੋਈ ਜੀ ਇਹਦੇ ਤੇ? ਫਿਲਹਾਲ ਦੋਨੇ ਪਾਰਟੀਆਂ ਜਿਹੜੀਆਂ ਹਸਪੀਟਲ ਐਡਮਿਟ ਹੈ ਜੀ। ਅੱਛਾ। ਤੇ ਪੁਲਿਸ ਵੱਲੋਂ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ ਜੀ। ਤੇ ਬਾਕੀ ਤਾਂ ਧਰਨੇ ਪ੍ਰਦਰਸ਼ਨ ਨੂੰ ਤਾਂ ਹੁਣ ਕਹਿੰਦੇ ਵੀ ਥਰਮਲ ਪਲਾਂਟ ਦਾਤਾ ਜੀ ਨੂੰ ਕਹਿੰਦੇ ਆ ਕਿ ਬਠਿੰਡਾ ਪੂਰਾ ਸਰਗਰਮ ਹੋ ਗਿਆ ਜੀ ਧਰਨੇ ਪ੍ਰਦਰਸ਼ਨਾਂ 'ਚ। ਸਰਗਰਮ ਤਾਂ ਇਹ ਹੈ ਜੀ, ਪਿਛਲੇ 2-3 ਦਿਨਾਂ ਤੋਂ ਬਠਿੰਡਾ ਚੰਡੀਗੜ੍ਹ ਵਾਲਾ ਮਟਕਾ ਚੌਂਕ ਬਣ ਚੁੱਕਿਆ ਹੈਗਾ। ਰੋਜ਼ ਕੋਈ ਨਾ ਕੋਈ ਜਥੇਬੰਦੀ ਜਿਹੜੀ ਹੈਗੀ ਹੈ ਧਰਨਾ ਪ੍ਰਦਰਸ਼ਨ ਕਰ ਰਹੀ ਹੈ। ਪਹਿਲਾਂ 3-4 ਸਿਆਸੀ ਪਾਰਟੀਆਂ ਨੇ ਰਲ ਕੇ ਮਨਪ੍ਰੀਤ ਦੇ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਸੀ। ਸਿੰਘ ਸਭਾ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਇਆ ਇਹ ਪ੍ਰਦਰਸ਼ਨ ਜਿਹੜਾ ਹੈਗਾ ਆਰੀਆ ਸਮਾਜ ਚੌਂਕ 'ਚ ਪੁਲਿਸ ਵੱਲੋਂ ਰੋਕ ਲਿਆ ਗਿਆ। ਤੇ ਇਸ ਦੌਰਾਨ ਜਿਹੜਾ ਉਹਨਾਂ ਵੱਲੋਂ ਪੁਤਲਾ ਉਹ ਵੀ ਉਸੇ ਜਗ੍ਹਾ ਤੇ ਫੂਕਿਆ ਗਿਆ। ਤੇ ਜਿਹੜੀਆਂ ਸਿਆਸੀ ਤੇ ਧਾਰਮਿਕ ਪਾਰਟੀਆਂ ਜਿਵੇਂ ਦਲ ਖਾਲਸਾ ਹੋ ਗਿਆ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋ ਗਿਆ, ਯੂਨਾਈਟਿਡ ਅਕਾਲੀ ਦਲ ਹੋ ਗਿਆ, ਇਹਨਾਂ ਵੱਲੋਂ ਇੱਕ ਸਾਂਝਾ ਫਰੰਟ ਤਿਆਰ ਕਰਕੇ ਜਿਹੜਾ ਹੈਗਾ ਜਿਹੜਾ ਥਰਮਲ ਪਲਾਂਟ
ਦਾ ਢਾਉਣ ਦਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਵੀ ਇਹਨਾਂ ਨੂੰ ਸਮਰਥਨ ਦੇ ਰਹੀ ਹੈ। ਆਉਂਦੇ ਦਿਨਾਂ ਦੇ ਵਿੱਚ ਇਹਨਾਂ ਵੱਲੋਂ ਜਿਹੜੇ ਹੈਗੇ ਨਵੀਂ ਰਣਨੀਤੀ ਨਾਲ ਜਿਹੜਾ ਹੈਗਾ ਸੰਘਰਸ਼ ਕਰਨ ਦਾ ਐਲਾਨ ਵੀ ਕੀਤਾ ਗਿਆ, ਪਰ ਇਹ ਕਿਸ ਤਰ੍ਹਾਂ ਸੰਘਰਸ਼ ਹੋਵੇਗਾ ਇਹ ਸਮਾਂ ਹੀ ਦੱਸੇਗਾ, ਕਿਉਂਕਿ ਫਿਲਹਾਲ ਜਿਹੜਾ ਅੱਜ ਇਹਨਾਂ ਦਾ ਪੁਲਿਸ ਨੇ ਜਿਹੜਾ ਇਹਨਾਂ ਦਫ਼ਤਰ ਦਾ ਘਿਰਾਓ ਸੀ ਉਹ ਫੇਲ ਕਰ ਦਿੱਤਾ, ਕਿਉਂਕਿ ਸਾਰੇ ਪਾਸੇ ਬੈਰੀਗੇਡਿੰਗ ਕਰਕੇ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਉਹਨਾਂ ਏਰੀਆ। ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਸ਼ੁਕਰੀਆ ਅਮਨਦੀਪ ਜੀ, ਮਿਹਰਬਾਨੀ। ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਸ ਤਰ੍ਹਾਂ ਲੱਗਿਆ ਸਾਨੂੰ ਫੀਡਬੈਕ ਜ਼ਰੂਰ ਦੇਣਾ ਜੀ। ਅਤੇ ਇਸ ਤੋਂ ਇਲਾਵਾ ਜੋ ਮੈਂ ਕਹਾਣੀਆਂ ਅਤੇ ਹੋਰ ਆਰਟੀਕਲਸ ਦਾ ਤੁਹਾਨੂੰ ਕਿਹਾ ਕਿ 5 ਤੋਂ 7 ਮਿੰਟਾਂ ਦਾ ਆਰਟੀਕਲ ਕਹਾਣੀ ਤੁਹਾਨੂੰ ਹਰ ਰੋਜ਼ ਅਸੀਂ ਸੁਣਾਵਾਂਗੇ। ਹੋਰ ਵੀ ਕੁਛ ਉਮੀਦਾਂ ਨੇ, ਸਾਡੀਆਂ ਚਾਹਤਾਂ ਨੇ, ਉਹ ਪੂਰੀਆਂ ਕਰਾਂਗੇ ਤੁਹਾਡੇ ਨਾਲ। ਅਤੇ ਨਾਲ ਦੀ ਨਾਲ ਮੈਂ ਇੱਕ ਰਿਕੁਐਸਟ ਕਰਦਾ ਜੀ ਕਿ ਕੋਈ ਵੀ ਸੱਜਣ ਮਿੱਤਰ ਰੇਡੀਓ ਪੰਜਾਬ ਟੂਡੇ ਨਾਲ ਕਿਤੋਂ ਵੀ ਜੁੜਨਾ ਚਾਹੁੰਦਾ ਹੈ ਤਾਂ ਪ੍ਰੋਗਰਾਮ ਸ਼ੁਰੂ ਕਰਨ ਦੇ ਲਈ ਉਹਨਾਂ ਦਾ ਸਵਾਗਤ ਹੈ। ਤੁਸੀਂ ਆਪਣਾ ਇੱਕ ਚੈਨਲ ਪਾਰਟਨਰ ਦੇ ਤੌਰ ਦੇ ਉੱਤੇ ਸਾਡੇ ਨਾਲ ਜੁੜ ਸਕਦੇ ਹੋ, ਪ੍ਰੋਗਰਾਮ ਸ਼ੁਰੂ ਕਰ ਸਕਦੇ ਹੋ, ਆਪਣਾ ਸਟੂਡੀਓ ਸੈਟਅਪ ਕਰਕੇ ਤੁਹਾਨੂੰ ਪਲੇਟਫਾਰਮ ਪ੍ਰੋਵਾਈਡ ਕਰ ਦਿੱਤਾ ਜਾਵੇਗਾ। ਅਤੇ ਨਾਲ ਦੀ ਨਾਲ ਮੇਰੀ ਗੁਜ਼ਾਰਿਸ਼ ਤੁਹਾਨੂੰ ਕਿ ਜੇ ਕੋਈ ਬੱਚੇ ਜਿਹੜੇ ਨੇ ਉਹ TV ਹੋਸਟ ਜਾਂ TV ਐਂਕਰਿੰਗ ਦੇ ਨਾਲ ਨਾਲ ਰੇਡੀਓ ਪ੍ਰੋਗਰਾਮਿੰਗ, ਐਡੀਟਿੰਗ, ਸਕ੍ਰਿਪਟਿੰਗ ਸਾਰਾ ਕੁਝ ਸਿੱਖਣਾ ਚਾਹੁੰਦੇ ਨੇ ਤਾਂ ਉਹਨਾਂ ਦਾ ਸਵਾਗਤ ਹੈ, ਕਿਉਂਕਿ ਮੇਰੇ ਕੋਲ ਬੱਚੇ ਹੈਗੇ ਨੇ। ਹੋਰ ਆ ਜਾਓ, ਕੋਈ ਫਰਕ ਨਹੀਂ ਪੈਂਦਾ, ਜਿੱਥੇ 2-3 ਨੇ ਉੱਥੇ 10-20 ਵੀ ਹੋ ਜਾਣਗੇ। ਅਤੇ ਰਹਿਣ ਦਾ ਤੁਹਾਡਾ ਖਾਣ ਪੀਣ ਦਾ ਇੰਤਜ਼ਾਮ ਤੁਹਾਨੂੰ ਖੁਦ ਦਾ ਕਰਨਾ ਪਏਗਾ। ਸੋ ਮੈਂ ਤੁਹਾਨੂੰ ਫ੍ਰੀ ਜਿਹੜਾ ਐਜੂਕੇਸ਼ਨ ਦੇ ਸਕਦਾ। ਇਸ ਮਾਮਲੇ ਦੇ ਵਿੱਚ ਆਪਣਾ ਫਿਊਚਰ ਤੁਸੀਂ ਖੁਦ ਬਣਾ ਸਕਦੇ ਹੋ। ਸੋ ਰੇਡੀਓ ਪੰਜਾਬ ਟੂਡੇ ਨੂੰ ਤੁਸੀਂ ਸਹਿਯੋਗ ਕਰ ਸਕਦੇ ਹੋ 97 801 41 741 ਦੇ ਉੱਤੇ ਫੋਨ ਕਰਕੇ, ਅਤੇ ਮੇਰੇ ਨਾਲ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ। ਮੈਨੂੰ ਦਿਓ ਸਵਰਨ ਸਿੰਘ ਦਾਨੇ ਵਾਲੇ ਨੂੰ ਇਜਾਜ਼ਤ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ।